ਗੁਰੂ ਜੀ ਦੀ ਸਾਜੀ ਨਵਾਜੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੀ ਹੋਈ ਜੋ ਆਪਾਂ ਸਿਮਰਨ ਅਭਿਆਸ ਕਰਦੇ ਹਾਂ। ਪਰਮਾਤਮਾ ਨਿਰੰਕਾਰ ਵਾਹਿਗੁਰੂ, ਉਸ ਨੂੰ ਬੇਅੰਤ ਵੀ ਆਖਿਆ ਵੀ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਜਦੋਂ ਅਸੀਂ ਉਸ ਬੇਅੰਤ ਨੂੰ ਧਿਆਉਂਦੇ ਹਾਂ, ਉਹਦਾ ਸਿਮਰਨ ਕਰਦੇ ਹਾਂ, ਫਿਰ ਅਸੀਂ ਇਸ ਭਵ ਸਾਗਰ ਤੋਂ, ਸੰਸਾਰ ਸਾਗਰ ਤੋਂ ਪਾਰ ਹੋ ਜਾਂਦੇ। ਮਹਾਰਾਜ ਫਰਮਾਉਂਦੇ, ਕਹੋ ਨਾਨਕ ਬੇਅੰਤ ਬੇਅੰਤ ਧਿਆਇਆ, ਦੁਤਰ ਇਹੋ ਸੰਸਾਰ ਸਤਿਗੁਰੂ ਧਿਆਇਆ। ਇਹ ਸਤਿਗੁਰਾਂ ਦੀ ਕਿਰਪਾ ਦੁਆਰਾ ਅਸੀਂ ਇਹ ਜੋ ਦੁਤਰ, ਇਹ ਜੋ ਦੂਜੀ ਮਾਇਆ ਹੈ, ਇਹ ਜੋ ਸੰਸਾਰ ਸਾਗਰ ਭਵ ਸਾਗਰ ਹੈ, ਇਹ ਤੋਂ ਅਸੀਂ ਗੁਰੂ ਦੀ ਮੱਤ ਲੈ ਕੇ ਫਿਰ ਅਸੀਂ ਪਾਰ ਹੋ ਸਕਦੇ। ਨਹੀਂ ਤਾਂ ਅਸੀਂ ਇੱਥੋਂ ਪਾਰ ਹੋ ਨਹੀਂ ਸਕਦੇ। ਭਵ ਸਾਗਰ ਦੇ ਵਿੱਚ ਹੀ ਜੀਵ ਦਮ ਤੋੜ ਦਿੰਦਾ, ਇੱਥੋਂ ਉਹ ਸੰਸਾਰ ਸਾਗਰ ਤੋਂ ਮੁਕਤ ਹੁੰਦਾ ਹੀ ਨਹੀਂ ਹੈ। ਇੱਥੇ ਹੀ ਵਾਰ ਵਾਰ ਘੁੰਮਣ ਘੇਰੀ ਵਿੱਚ ਪਿਆ ਰਹਿੰਦਾ, ਇੱਥੇ ਹੀ ਆਉਂਦਾ ਜਾਂਦਾ ਰਹਿੰਦਾ। ਹੁਣ ਆਪਾਂ ਨੂੰ ਇਹ ਮੌਕਾ, ਇਹ ਵਾਰੀ ਦਿੱਤੀ ਜਾਂਦੀ ਮਾਨਸ ਜਾਮੇ ਵਿੱਚ ਕਿ ਹੁਣ ਅਸੀਂ ਗੁਰੂ ਦੀ ਮੱਤ ਲੈ ਕੇ, ਸਤਿਗੁਰਾਂ ਦੀ ਮੱਤ ਲੈ ਕੇ ਇਸ ਭਵ ਸਾਗਰ ਤੋਂ ਪਾਰ ਹੋ ਸਕਦੇ। ਹੁਣ ਇਹ ਜੋ ਭਵ ਸਾਗਰ ਹੈ ਵਿਚਾਰਾਂ ਦਾ, ਹੁਰਨਿਆਂ ਦਾ, ਇਹ ਜੋ ਤ੍ਰੈ ਗੁਣ ਨੇ, ਇਹ ਭਵ ਸਾਗਰ ਦੇ ਵਿੱਚ ਲਹਿਰਾਂ ਚੱਲਦੀਆਂ, ਆਗਨ ਦੀਆਂ ਨਦੀਆਂ, ਬਿਕ ਸਾਗਰ ਹੈ, ਅਗਨ ਸਾਗਰ ਹੈ, ਫਿਰ ਇਹ 'ਚ ਸੁੱਖ ਸਾਗਰ ਵੀ ਹੈ। ਇਹ ਭਵ ਸਾਗਰ ਦੇ ਵਿੱਚ ਲਹਿਰਾਂ ਚੱਲਦੀਆਂ, ਅਤੇ ਲਹਿਰਾਂ ਦੇ ਵਿੱਚ ਜਦੋਂ ਸਾਡਾ ਮਨ ਹੁੰਦਾ ਹੈ, ਕਦੇ ਉੱਪਰ ਆਉਂਦਾ ਹੈ, ਕਦੇ ਥੱਲੇ ਜਾਂਦਾ ਹੈ। ਜਿਵੇਂ ਆਪਾਂ ਦੇਖਦੇ ਵੀ ਪਾਣੀ ਦੇ ਵਿੱਚ ਜੀਵ ਗੋਤੇ ਖਾਂਦਾ ਫਸਿਆ ਹੋਇਆ, ਡੁੱਬਦਾ, ਕਦੇ ਉੱਪਰ ਆਉਂਦਾ, ਕਦੇ ਥੱਲੇ ਜਾਂਦਾ ਹੈ। ਉਹੀ ਅਵਸਥਾ ਫਿਰ ਇਸ ਮਨ ਦੀ ਹੈ ਜਦੋਂ ਇਹ ਭਵ ਸਾਗਰ 'ਚ ਹੁੰਦਾ। ਕਦੇ ਉੱਪਰ ਆਉਂਦਾ, ਉੱਪਰ ਜਦੋਂ ਆਉਂਦਾ ਉਦੋਂ ਇਹ ਸਤੋਗੁਣੀ ਲਹਿਰਾਂ ਚੱਲਦੀਆਂ ਨੂੰ ਸੁੱਖ ਸਾਗਰ ਕਹਿੰਦੇ। ਫਿਰ ਇਹ ਆਪਦੇ ਆਪ ਨੂੰ ਸੁਖੀ ਮਹਿਸੂਸ ਕਰਦਾ। ਕਦੇ ਥੱਲੇ ਚਲਾ ਜਾਂਦਾ,
ਫਿਰ ਉੱਥੇ ਵਿਖ ਸਾਗਰ ਹੈ, ਜ਼ਹਿਰ ਦਾ ਭਰਿਆ ਹੋਇਆ, ਫਿਰ ਉੱਥੇ ਦੁਖੀ ਹੁੰਦਾ। ਕਦੇ ਅਗਨ ਸਾਗਰ ਵਿੱਚ ਆ ਜਾਂਦਾ ਹੈ, ਉੱਥੇ ਲਹਿਰਾਂ ਚੱਲਦੀਆਂ, ਉੱਥੇ ਫਿਰ ਜਲਦਾ ਸੜਦਾ ਹੈ। ਇਸ ਲਈ ਮਹਾਰਾਜ ਕਹਿੰਦੇ ਕਬੂ ਜੀੜਾ ਊਬ ਚੜ੍ਹਤ ਹੈ, ਕਾਬੂ ਜਾਏ ਪਿਆਲੇ। ਵੀ ਕਦੇ ਉੱਪਰ ਆਉਂਦਾ ਮਨ, ਕਦੇ ਥੱਲੇ ਜਾਂਦਾ, ਕਦੇ ਸਤੋ ਗੁਣ 'ਤੇ ਆਉਂਦਾ, ਕਦੇ ਤਮੋ ਗੁਣ 'ਤੇ ਜਾਂਦਾ, ਕਦੇ ਰਜੋ ਗੁਣ 'ਤੇ ਜਾਂਦਾ। ਇਹ ਹਰੇਕ ਥਾਂ 'ਤੇ ਰੁਕਦਾ ਨਹੀਂ ਹੈ। ਵੀ ਇਹ ਲੋਭੀ ਹੋਇਆ ਹੋਇਆ, ਵੀ ਇਹ ਫਿਰ ਇੱਕ ਥਾਂ 'ਤੇ ਜਦੋਂ ਨਹੀਂ ਰੁਕਦਾ, ਫਿਰ ਇਹ ਲਹਿਰਾਂ ਦੇ ਵਿੱਚ ਕਦੇ ਜਦੋਂ ਰਜੋ ਗੁਣ 'ਤੇ ਚੱਲ ਜਾਂਦਾ, ਉਦੋਂ ਕਹਿੰਦੇ ਵੀ ਇਹ ਅਗਨ ਸਾਗਰ 'ਚ ਚਲਾ ਗਿਆ। ਜਦੋਂ ਤਮੋ ਗੁਣ 'ਤੇ ਜਾਂਦਾ, ਕਹਿੰਦੇ ਵੀ ਵਿਖ ਸਾਗਰ 'ਚ ਚਲਾ ਗਿਆ। ਜਦੋਂ ਸਤੋ ਗੁਣ 'ਤੇ ਜਾਂਦਾ, ਕਹਿੰਦੇ ਵੀ ਸੁਖ ਸਾਗਰ 'ਚ ਚਲਾ ਗਿਆ। ਇਸ ਹੁਣ ਭਵ ਸਾਗਰ ਨੂੰ ਅਸੀਂ ਸ਼ਬਦ ਤੋਂ ਬਿਨਾਂ ਪਾਰ ਨਹੀਂ ਕਰ ਸਕਦੇ। ਸ਼ਬਦ ਜੋ ਨਾਦ ਹੈ, ਨਾਮ ਪਰਮਾਤਮਾ ਵਾਹਿਗੁਰੂ ਦੇ ਮੁਖ ਦੀ ਆਵਾਜ਼, ਉਸ ਆਵਾਜ਼ ਨੂੰ ਸ਼ਬਦ ਗੁਰੂ ਆਖੀਏ ਤੇ ਉਸ ਨੂੰ ਬੇੜੇ ਦਾ ਵੀ ਨਾਂ ਦਿੱਤਾ। ਜਿਵੇਂ ਅਸੀਂ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਜਾਣਾ ਹੋਵੇ, ਦਰਿਆ ਸਮੁੰਦਰ ਪਾਰ ਕਰਨਾ ਹੋਵੇ, ਤੇ ਆਪਾਂ ਬੇੜੇ ਤੇ ਸਵਾਰ ਹੋ ਕੇ ਜਾ ਸਕਦੇ ਹਾਂ। ਇਸੇ ਤਰ੍ਹਾਂ ਹੀ ਇਹ ਹੁਣ ਭਵ ਸਾਗਰ ਹੈ ਜਿਹੜਾ ਇਹ ਵਿਚਾਰਨ ਦਾ, ਹੁਣ ਇਸ ਨੂੰ ਅਸੀਂ ਪਾਰ ਹੋ ਸਕਦੇ ਹਾਂ ਸਤਿਗੁਰ ਦੇ ਬੇੜੇ ਦੁਆਰਾ। ਜਦ ਤੱਕ ਸਾਨੂੰ ਉਹ ਬੇੜੇ ਦਾ ਭੇਦ ਨਹੀਂ ਆਉਂਦਾ, ਉਹਨਾਂ ਸਮਾਂ ਅਸੀਂ ਭਵ ਸਾਗਰ ਤੋਂ ਪਾਰ ਲੰਘ ਨਹੀਂ ਸਕਦੇ। ਇਸ ਲਈ ਮਹਾਰਾਜ ਕਹਿੰਦੇ ਭਵ ਜਲ ਬਿਖਮ ਸਗਾਹੁ ਗੁਰ ਸ਼ਬਦੀ ਪਾਰ ਪਾਹੀ। ਵੀ ਇਹ ਜੋ ਭਵ ਜਲ ਹੈ, ਇਹ ਬੇਖਮ ਔਖਾ, ਇਸ ਨੂੰ ਗੁਰੂ ਦੇ ਸ਼ਬਦ ਦੁਆਰਾ ਪਾਰ ਹੋਇਆ ਜਾ ਸਕਦਾ, ਉਦੋਂ ਇਹਨੂੰ ਪਾਰ ਹੋਇਆ ਨਹੀਂ ਜਾ ਸਕਦਾ। ਹੁਣ ਜਦ ਤੱਕ ਜੀਵ ਨੂੰ ਇਹ ਬੇੜੇ ਦਾ ਭੇਤ ਨਹੀਂ ਆਉਂਦਾ, ਸ਼ਬਦ ਗੁਰੂ ਦਾ ਭੇਤ ਨਹੀਂ ਆਉਂਦਾ, ਉਹਨਾਂ ਸਮੇਂ ਤੋਂ ਪਾਰ ਲੰਘ ਨਹੀਂ ਸਕਦਾ। ਤੇ ਸ਼ਬਦ ਦਾ ਭੇਦ ਸਾਨੂੰ ਜਦ ਤੱਕ ਅਸੀਂ ਸਤ ਸੰਗਤ ਨਹੀਂ ਕਰਦੇ, ਗੁਰੂ ਦੀ ਸ਼ਰਨ 'ਚ ਨਹੀਂ ਆਉਂਦੇ, ਉਹਨਾਂ ਸਮਾਂ ਸਾਨੂੰ ਸ਼ਬਦ ਗੁਰੂ ਦਾ ਭੇਦ ਨਹੀਂ ਆਉਂਦਾ। ਜਿਵੇਂ ਹੁਣ ਜੀਵ ਕਹਿੰਦੇ ਤਾਂ ਸਾਰੇ ਹੀ ਨੇ ਇਹ ਸਾਡਾ ਸ਼ਬਦ ਗੁਰੂ ਹੈ ਜੀ, ਅਸੀਂ ਪੁਜਾਰੀ ਹਾਂ ਸ਼ਬਦ ਦੇ। ਹੁਣ ਜੇ ਉਹਨਾਂ ਤੋਂ ਪੁੱਛੇ ਵੀ ਉਹ ਕਿਹੜਾ ਸ਼ਬਦ, ਕਿਹੜੇ ਸ਼ਬਦ ਦੇ ਤੁਸੀਂ ਪੁਜਾਰੀ ਹੋ, ਕਿਹਨੂੰ ਤੁਸੀਂ ਸ਼ਬਦ ਗੁਰੂ ਕਹਿੰਦੇ ਹੋ, ਸ਼ਬਦ ਗੁਰੂ ਕਿੱਥੇ ਹੈ, ਉਸ ਦਾ ਜੀਵ ਨੂੰ ਭੇਦ ਨਹੀਂ ਹੈ ਵੀ ਉਹ ਸ਼ਬਦ ਗੁਰੂ ਕਿਹੜਾ ਹੈ, ਉਹ ਸ਼ਬਦ ਗੁਰੂ ਹੈ ਕਿੱਥੇ ਹੈ, ਕਿਸ ਨੂੰ ਸ਼ਬਦ ਗੁਰੂ ਕਹਿੰਦੇ ਨਹੀਂ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਉਹ ਸ਼ਬਦ ਗੁਰੂ ਅਗੰਮ ਦੇ ਵਿੱਚ, ਉਹ ਸ਼ਬਦ ਗੁਰੂ ਜਿੱਥੇ ਸਾਡੀ ਇਹ ਸੰਸਾਰ ਦੀ ਭਾਸ਼ਾ ਖਤਮ ਹੋ ਜਾਂਦੀ, ਜਿਹੜੀ ਆਪਾਂ ਇਹ ਭਾਸ਼ਾ ਬੋਲਦੇ, ਇਹ ਪ੍ਰਗਟ ਹੁੰਦੀ ਪੌਣ ਬਾਣੀ ਵਸੰਤਰ ਦੁਆਰਾ, ਪੌਣ ਬਾਣੀ ਅਗਨ ਦੁਆਰਾ ਇਹ ਸਾਡੀ ਭਾਸ਼ਾ ਜਿਹੜੀ ਇਹ ਭਾਸ਼ਾ ਪ੍ਰਗਟ ਹੁੰਦੀ। ਇਸ ਨੂੰ ਮਹਾਰਾਜ ਕਹਿੰਦੇ ਅਗਨ ਬਿੰਬ ਪੌਣੇ ਕੀ ਬਾਣੀ ਤੀਨ ਨਾਮ ਕੇ ਦਸ। ਵੀ ਇਹ ਜਿਹੜੀ ਬਾਣੀ ਇਹ ਪੌਣ ਬਾਣੀ ਅਗਨ ਤੋਂ ਪ੍ਰਗਟ ਹੁੰਦੀ, ਇਹਨੂੰ ਕੱਚੀ ਬਾਣੀ ਕਹਿੰਦੇ। ਤੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹ ਗੁਰੂਆਂ ਦੇ ਮੁਖ ਦੇ ਵਿੱਚੋਂ ਪ੍ਰਗਟ ਹੋਈ ਹੋਈ, ਭਗਤਾਂ ਦੇ ਮੁਖ ਦੇ ਵਿੱਚੋਂ ਪ੍ਰਗਟ ਹੋਈ, ਇਹਨੂੰ ਗੁਰਬਾਣੀ ਕਹਿੰਦੇ। ਕਿ ਜਦੋਂ ਉਹਨਾਂ ਦਾ ਮਿਲਾਪ ਪਰਮਾਤਮਾ ਦੇ ਨਾਲ ਹੋਇਆ ਭਗਤਾਂ ਦਾ, ਫਿਰ ਉਹਨਾਂ ਨੇ ਸ਼ਬਦ ਨਾਮ ਦੇ ਵਿੱਚ ਸਮਾ ਕੇ ਮਾਲਕ ਦੇ ਸਨਮੁਖ ਹੋ ਕੇ ਜਿਹੜੀ ਉਹ ਮਾਲਕ ਦੀ ਵਡਿਆਈ ਉਸਤਤ ਕੀਤੀ, ਉਹ ਜਿਹੜੇ ਉਹਨਾਂ ਦੇ ਬਚਨ ਗੁਰਮੁਖਾਂ ਦੇ ਉਹ ਵੇਦ ਬਣ ਜਾਂਦੇ, ਉਹ ਗੁਰਬਾਣੀ ਬਣ ਜਾਂਦੇ, ਉਹ ਅੰਮ੍ਰਿਤਮਈ ਬਚਨ ਹੁੰਦੇ ਨੇ। ਜਿਸ ਵਰਤਾਏ ਆਪਾਂ ਨੂੰ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ, ਕਿ ਗੁਰਮੁਖਾਂ ਨੇ ਨਾਦ ਦੇ ਵਿੱਚ ਸਮਾ ਕੇ ਜੋ ਬਚਨ ਆਖੇ ਉਹ ਵੇਦ ਬਣ ਗਏ, ਉਹ ਗੁਰਬਾਣੀ।
ਤੇ ਜੋ ਪਰਮਾਤਮਾ ਦੇ ਮੁਖ ਦੇ ਵਿੱਚੋਂ ਪ੍ਰਗਟ ਹੋ ਰਹੀ ਉਹਨੂੰ ਕਹਿੰਦੇ ਅਨਹਦ ਬਾਣੀ, ਉਹਨੂੰ ਕਹਿੰਦੇ ਨਾਮ, ਉਹਨੂੰ ਕਹਿੰਦੇ ਸ਼ਬਦ ਗੁਰੂ। ਉਹ ਪਰਮਾਤਮਾ ਨਿਰੰਕਾਰ ਵਾਹਿਗੁਰੂ, ਉਹਨਾਂ ਦੇ ਮੁਖ ਦੇ ਵਿੱਚੋਂ ਉਹ ਸ਼ਬਦ ਪ੍ਰਗਟ ਹੋ ਰਹੀ ਹੈ। ਫਿਰ ਆਪਾਂ ਨੂੰ ਸਮਝਾਉਂਦੇ ਵੀ ਜਦੋਂ ਅਸੀਂ ਇਹ ਸੰਸਾਰ ਦੀ ਭਾਸ਼ਾ ਬੋਲਦੇ ਹਾਂ, ਪੌਣ ਪਾਣੀ ਅਗਨ ਦੁਬਾਰਾ ਪ੍ਰਗਟ ਹੁੰਦੀ, ਤੇ ਜਿੱਥੇ ਭਾਸ਼ਾ ਖਤਮ ਹੋ ਜਾਂਦੀ, ਜਿੱਥੇ ਪੌਣ ਪਾਣੀ ਵਸੰਤਰ ਖਤਮ ਹੋ ਜਾਂਦੀ, ਉਸ ਤੋਂ ਅੱਗੇ ਫਿਰ ਇਹ ਨਾਮ ਸ਼ੁਰੂ ਹੁੰਦਾ, ਕਿਉਂਕਿ ਨਾਮ ਹੈ ਜਿਹੜਾ ਇਹ ਸੰਸਾਰ ਦੀ ਭਾਸ਼ਾ 'ਚ ਨਹੀਂ ਆਉਂਦਾ। ਇਹ ਨਾ ਤਾਂ ਬੋਲਣ 'ਚ ਆਉਂਦਾ ਹੈ, ਨਾ ਹੀ ਇਹ ਕਿਸੇ ਲਿਖਤ ਪੜ੍ਹਤ ਵਿੱਚ ਆਉਂਦਾ ਹੈ, ਕਿਉਂਕਿ ਉੱਥੇ ਭਾਸ਼ਾ ਹੀ ਨਹੀਂ ਹੈ, ਭਾਸ਼ਾ ਖਤਮ ਹੋ ਜਾਂਦੀ ਹੈ। ਇਸ ਲਈ ਮਹਾਰਾਜ ਫਰਮਾਉਂਦੇ, ਪੌਣ ਪਾਣੀ ਅਗਨੀ ਵਿਸਰਾਓ, ਤਹੀਂ ਨਿਰੰਜਨ ਸਾਚਾ ਨਾਉ, ਕਿ ਜਿੱਥੇ ਇਹ ਭਾਸ਼ਾ ਖਤਮ ਹੋ ਗਈ ਉੱਥੋਂ ਨਾਮ ਸ਼ੁਰੂ ਹੁੰਦਾ ਹੈ। ਤੇ ਉਹ ਫਿਰ ਸ਼ਬਦ ਦੁਆਰਾ ਅਸੀਂ ਭਵ ਸਾਗਰ ਨੂੰ ਪਾਰ ਲੰਘਣਾ ਹੈ। ਉਸ ਬੇੜੇ ਦੇ ਉੱਤੇ ਸਵਾਰ ਹੋ ਕੇ ਉਸ ਨੂੰ ਮਹਾਰਾਜ ਕਹਿੰਦੇ ਸਤਿਗੁਰ ਹੈ ਬੋਹਿਥਾ, ਸ਼ਬਦ ਲਗਾਵਣ ਹਾਰ, ਤਿਥੇ ਪਵਨ ਨ ਪਾਪ ਕੋ, ਨ ਜਲ ਨ ਆਕਾਰ, ਗੁਰਮੁਖ ਲੰਘੇ ਸੇ ਪਾਰ ਪਈ, ਸੱਚੇ ਸਿਉਲੇ ਬੁਲਾਈ, ਆਵਾ ਗੌਣ ਨਿਵਾਰਿਆ, ਜੋਤੀ ਜੋਤ ਮਿਲਾਈ। ਕਿ ਉਹ ਜੋ ਸਤਿਗੁਰ ਦਾ ਬੇੜਾ ਬੋਹਿਥ, ਜਿੱਥੇ ਇਹ ਪੌਣ ਪਾਣੀ ਅਗਰ ਨਹੀਂ ਹੈ, ਉੱਥੇ ਆਕਾਰ ਵੀ ਨਹੀਂ ਹੈ, ਸਰੀਰ ਵੀ ਨਹੀਂ ਜਾਂਦਾ ਉੱਥੇ, ਨਾ ਉੱਥੇ ਅਭਾਸ਼ਾ ਜਾਂਦੀ ਹੈ। ਉੱਥੇ ਸਾਡੀ ਸੁਰਤੀ ਨੇ ਜਾਣਾ, ਸਾਡੇ ਮਨ ਨੇ ਉਹ ਸ਼ਬਦ ਦੇ ਨਾਲ ਮਿਲ ਕੇ ਫਿਰ ਉਹ ਭਵ ਸਾਗਰ ਤੋਂ ਬਾਹਰ ਲੰਘਣਾ। ਹੁਣ ਜਦ ਤੱਕ ਅਸੀਂ ਸਿਮਰਨ ਨਹੀਂ ਕਰਦੇ, ਉਹਨਾਂ ਸਮਾਂ ਸਾਨੂੰ ਉਹ ਸ਼ਬਦ ਗੁਰੂ ਦਾ ਬੇੜੇ ਦਾ ਭੇਦ ਨਹੀਂ ਆਉਂਦਾ, ਤੇ ਜਦ ਤੱਕ ਉਹਦਾ ਭੇਦ ਨਹੀਂ ਆਉਂਦਾ, ਉਹਨਾਂ ਸਮਾਂ ਅਸੀਂ ਜੀਵਨ ਮੁਕਤ ਨਹੀਂ ਹੋ ਸਕਦੇ, ਅਸੀਂ ਪਾਰ ਨਹੀਂ ਲੰਘ ਸਕਦੇ। ਤਾਂਹੀਓ ਫਿਰ ਉਸ ਨਾਮ ਦੀ ਉਸਤਤ ਗੁਰਬਾਣੀ ਗੁਰੂ ਵਿੱਚ ਕੀਤੀ ਹੈ। ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ ਉਸ ਨਾਮ ਦੀ ਉਹ ਬੇੜਾ ਜਿਹੜਾ ਉਹ ਜਹਾਜ਼, ਉਹਦੀ ਮਹਿਮਾ, ਉਹਦੀ ਵਡਿਆਈ ਕਰਦੇ ਨੇ। ਤੇ ਆਪਾਂ ਨੂੰ ਕਹਿੰਦੇ ਵੀ ਜੇ ਤੁਸੀਂ ਉਹ ਨਾਮ ਨੂੰ ਨਾ ਬੁੱਝੇ, ਜੇ ਤੁਸੀਂ ਉਹ ਬੇੜੇ ਤੇ ਸਵਾਰ ਨਾ ਹੋਏ, ਫਿਰ ਤੁਸੀਂ ਇਹ ਨਾ ਸਮਝੋ ਵੀ ਤੁਸੀਂ ਜੀਵਨ ਮੁਕਤ ਹੋ ਜਾਓਗੇ, ਤੁਸੀਂ ਫਿਰ ਵਾਪਸ ਜੂਨਾਂ 'ਚ ਚਲੇ ਜਾਓਗੇ। ਬੇਸ਼ੱਕ ਅਸੀਂ ਬਾਹਰੀ ਪਹਿਰਾਵਾ ਕਰ ਲਈਏ ਵਧੀਆ ਗੁਰਮੁਖਾਂ ਵਾਲਾ, ਪਰ ਜੇ ਅਸੀਂ ਅੰਦਰੋਂ ਉਹ ਸ਼ਬਦ ਗੁਰੂ ਨੂੰ ਬੁੱਝਿਆ ਨਹੀਂ, ਉਹਦੇ ਨਾਲ ਸਾਡੀ ਸੁਰਤੀ ਜੁੜੀ ਨਹੀਂ, ਫਿਰ ਸਾਨੂੰ ਗੁਰਬਾਣੀ ਗੁਰੂ ਵਿੱਚ ਗੁਰਮੁਖ ਕਹਿ ਕੇ ਹੀ ਸਮਝਾਉਂਦੇ ਵੀ ਇਹ ਕਿਤੇ ਭਰਮ 'ਚ ਨਾ ਰਹਿਣ। ਇਹ ਨਾ ਸਮਝਣ ਵੀ ਅਸੀਂ ਤਾਂ ਜੀ ਸਾਬਤ ਸੂਰਤ, ਵੀ ਅਸੀਂ ਤਾਂ ਮੁਕਤੀ ਮੁਕਤ, ਸਾਨੂੰ ਕਿਹੜਾ ਕਿਸੇ ਨੇ ਹਿਸਾਬ ਕਿਤਾਬ ਪੁੱਛਣਾ। ਮਹਾਰਾਜ ਫਿਰ ਗੁਰਮੁਖ ਕਹਿ ਕੇ ਸੰਬੋਧਨ ਕਰਦੇ ਵੀ ਇਹ ਕਿਤੇ ਭਰਮ 'ਚ ਹੀ ਨਾ ਆਪਦਾ ਜੀਵਨ ਲੰਘਾ ਲੈਣ। ਇਸ ਤਰ੍ਹਾਂ ਮਹਾਰਾਜ ਕਹਿੰਦੇ, ਜਿਨ ਗੁਰਮੁਖ ਨਾਮ ਨਾ ਬੂਝਿਆ, ਮਰ ਜਨਮੇ ਆਵੇ ਜਾਈ, ਕਿ ਜਿਨ੍ਹਾਂ ਗੁਰਮੁਖਾਂ ਨੇ ਨਾਮ ਨੂੰ ਨਹੀਂ ਬੁੱਝਿਆ, ਉਹ ਜਨਮ ਮਰਨ 'ਚ ਜਾਣਗੇ, ਉਹ ਵਾਪਸ ਫਿਰ ਜੂਨਾਂ ਦੇ ਵਿੱਚ ਮੁੜ ਜਾਣਗੇ। ਇਸ ਲਈ ਫਿਰ ਸਾਨੂੰ ਕਹਿੰਦੇ ਵੀ ਜੇ ਅਸੀਂ ਬਾਹਰੀ ਪਹਿਰਾਵਾ ਕਰਕੇ ਵੀ, ਸਾਬਤ ਸੂਰਤ ਹੋ ਕੇ ਵੀ, ਜੇ ਅਸੀਂ ਉਹ ਸ਼ਬਦ ਗੁਰੂ ਨਾਲ ਨਾ ਜੁੜੇ, ਉਹਦਾ ਅਸੀਂ ਕਹਿੰਦੇ ਵੀ ਸਾਡਾ ਸ਼ਬਦ ਗੁਰੂ, ਤੇ ਉਹ ਸ਼ਬਦ ਗੁਰੂ ਨੂੰ ਕਦੇ ਸੁਣਿਆ ਨਹੀਂ, ਉਹਦੀ ਸੇਵਾ ਨਹੀਂ ਕੀਤੀ, ਫਿਰ ਮਹਾਰਾਜ ਕਹਿੰਦੇ ਵੀ ਇਹਨਾਂ ਨੇ ਜੀਵਨ ਦਾ ਆਪਦਾ ਸਾਰਾ ਉਹ ਸ਼ਬਦ ਗੁਰੂ ਤੋਂ ਬਿਨਾਂ ਵਿਅਰਥ ਹੀ ਬਰਬਾਦ ਕਰ ਲਿਆ। ਫਰਮਾਉਂਦੇ, ਜਿਨ ਹਰਿ ਕਾ ਨਾਮ ਨ ਗੁਰਮੁਖ ਜਤ, ਸੇ ਜਗ ਮੇ ਕਾਹੇ ਆਇਆ, ਗੁਰ ਕੀ ਸੇਵਾ ਕਦੇ ਨ ਕੀਨੀ, ਬਿਰਥਾ ਜਨਮ ਗਵਾਇਆ। ਮਹਾਰਾਜ ਕਹਿੰਦੇ ਵੀ ਇਹ ਆਏ ਕੀ ਲੈਣ ਸੰਸਾਰ 'ਚ, ਵੀ ਇਹਨਾਂ ਨੇ ਸ਼ਬਦ ਗੁਰੂ ਦਾ ਤਾਂ ਭੇਤ ਹੀ ਨਹੀਂ ਲਿਆ, ਵੀ ਉਹਦਾ ਕਹੀ ਜਾਂਦੇ ਸਾਡਾ ਸ਼ਬਦ ਗੁਰੂ ਹੈ, ਤੇ ਉਹ ਪਤਾ ਹੈ ਨਹੀਂ ਵੀ ਸ਼ਬਦ ਗੁਰੂ ਹੈ ਕਿਹੜਾ, ਕਿਹਨੂੰ ਸ਼ਬਦ ਗੁਰੂ ਆਖੀ। ਉਹ ਸ਼ਬਦ ਗੁਰੂ ਦੀ ਕਦੇ ਮਹਾਰਾਜ ਕਹਿੰਦੇ
ਇਹਨਾਂ ਨੇ ਸੇਵਾ ਨਹੀਂ ਕੀਤੀ, ਸ਼ਬਦ ਗੁਰੂ ਦਾ ਕਦੇ ਭੇਤ ਨਹੀਂ ਲਿਆ। ਸੇਵਾ ਹੁੰਦੀ ਸ਼ਬਦ ਗੁਰੂ ਦੀ ਸੁਣ ਸੁਣ ਕੇ। ਮਾਲਕ ਬੋਲ ਰਿਹਾ, ਅਸੀਂ ਸੁਣਨਾ ਉਹਦੀ ਆਵਾਜ਼ ਨੂੰ, ਤੇ ਇਹ ਸੇਵਾ ਹੈ। ਸ਼ਬਦ ਗੁਰੂ ਦੀ ਸੇਵਾ ਸੁਣ ਸੁਣ ਕੇ ਕੀਤੀ ਜਾਂਦੀ ਹੈ। ਜਿਸ ਵਰਤਾਏ ਮਾਰੇ ਫਰਮਾਉਂਦੇ, ਸ਼ਬਦ ਸਤ ਸਤ ਪ੍ਰਭ ਬਖਤਾ, ਸੁਰਤ ਸਤ ਸਤ ਜਸ ਸੁਣਤਾ। ਇਹ ਮਾਲਕ ਬੋਲ ਰਿਹਾ ਤੇ ਅਸੀਂ ਉੱਥੇ ਬੈਠ ਕੇ ਬਸ ਸੁਣੀ ਜਾਣਾ। ਤਾਂ ਉੱਥੇ ਭਾਸ਼ਾ ਖਤਮ ਹੋ ਜਾਂਦੀ, ਨਾ ਉੱਥੇ ਭਾਸ਼ਾ ਆਵੇ ਆਪਾਂ ਨੂੰ, ਤੇ ਉੱਥੇ ਤਾਂ ਫਿਰ ਮਾਲਕ ਦੀ ਆਵਾਜ਼ ਹੈ ਜਿਹੜੀ, ਨਾਦ ਉਹ ਚੱਲਦਾ ਹੈ ਤੇ ਉਹਨੂੰ ਅਸੀਂ ਸੁਣੀ ਜਾਣਾ, ਤੇ ਉਹਨੇ ਭਗਤੀ ਆਖੀ ਵੀ ਗੁਰੂ ਦੀ ਸੇਵਾ ਕਰਨੀ ਹੀ ਭਗਤੀ ਹੈ। ਗੁਰ ਸੇਵਾ ਗੁਰ ਭਗਤ ਹੈ, ਬਿਰਲਾ ਪਾਵੇ ਕੋਈ। ਮਾਰੇ ਕਹਿੰਦੇ ਵੀ ਗੁਰੂ ਦੀ ਸੇਵਾ ਹੀ ਇਹ ਭਗਤੀ, ਪਰ ਇਹ ਭਗਤੀ ਬਿਰਲਾ ਕੋਈ ਕੋਈ ਕਰਦੇ ਗੁਰਮੁਖ। ਵੀ ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਲਈ, ਜਿਨ੍ਹਾਂ ਨੂੰ ਭੇਦ ਆ ਗਿਆ ਸ਼ਬਦ ਗੁਰੂ ਦਾ, ਉਹ ਭਗਤੀ ਕਰਦੇ। ਨਹੀਂ ਤਾਂ ਜੀਵ ਨੂੰ ਭਗਤੀ ਦਾ ਭੇਦ ਹੀ ਨਹੀਂ ਆਉਂਦਾ ਵੀ ਭਗਤੀ ਹੈ ਕੀ ਹੈ, ਕਰਨੀ ਕਿਸ ਨੇ, ਅਤੇ ਕਿੱਥੋਂ ਸਾਡੀ ਭਗਤੀ ਸ਼ੁਰੂ ਹੁੰਦੀ। ਇਸੇ ਕਰਕੇ ਫਿਰ ਆਪਾਂ ਨੂੰ ਕਹਿੰਦੇ ਵੀ ਆਪਦੀ ਮੱਤ ਦੁਆਰਾ ਜੀਵ ਕਿੰਨਾ ਵੀ ਸਿਆਣਾ ਹੋ ਜੇ, ਜਿਆਦਾ ਕੋਈ ਸਤਸੰਗਤ ਨਹੀਂ ਕਰਦਾ, ਗੁਰੂ ਦੀ ਸ਼ਰਨ 'ਚ ਨਹੀਂ ਆਉਂਦਾ, ਉਹਦੀ ਸਿਆਣਪ ਉਹਨੂੰ ਲੈ ਕੇ ਡੁੱਬ ਜਾਂਦੀ ਹੈ ਭਵ ਸਾਗਰ 'ਚ। ਇਹ ਭਵ ਸਾਗਰ ਤੋਂ ਪਾਰ ਨਹੀਂ ਲੰਘ ਸਕਦਾ, ਕਿਉਂਕਿ ਉਹਨੂੰ ਸ਼ਬਦ ਗੁਰੂ ਦਾ ਭੇਦ ਨਹੀਂ ਆਉਂਦਾ, ਉਹਦੀ ਸਿਆਣਪ ਦੁਆਰਾ, ਉਹਦੀ ਮੱਤ ਦੁਆਰਾ। ਇਸ ਲਈ ਮਹਾਰਾਜ ਫਰਮਾਉਂਦੇ, ਗੁਰ ਕੀ ਮੱਤ ਤੂੰ ਲੈ ਆਣੇ, ਭਗਤ ਬਿਨਾ ਬਹੁ ਡੁੱਬੇ ਸਿਆਣੇ। ਭਗਤੀ ਤੋਂ ਬਿਨਾਂ ਵੱਡੇ ਵੱਡੇ ਸਿਆਣੇ ਡੁੱਬ ਗਏ ਭਵ ਸਾਗਰ 'ਚ। ਸਾਡੀ ਸਿਆਣਪ, ਸਾਡੀ ਚਤਰਾਈ ਸਾਨੂੰ ਲੈ ਕੇ ਡੁੱਬ ਲੈਂਦੀ ਹੈ। ਸੋ ਇਸ ਵਾਸਤੇ ਫਿਰ ਜਦ ਤੱਕ ਅਸੀਂ ਸਤ ਸੰਗਤ ਨਹੀਂ ਕਰਦੇ, ਗੁਰੂ ਦੀ ਸ਼ਰਨ 'ਚ ਨਹੀਂ ਆਉਂਦੇ, ਸਾਨੂੰ ਇਹ ਸ਼ਬਦ ਗੁਰੂ ਦਾ ਭੇਦ ਨਹੀਂ ਆਉਂਦਾ। ਹਾਲਾਂਕਿ ਅਸੀਂ ਬੇਸ਼ੱਕ ਪੜ੍ਹਦੇ ਰੋਜ਼ ਆ ਗੁਰਬਾਣੀ, ਪੜ੍ਹਦੇ ਹੋਏ ਵੀ ਜੀਵ ਨਾਮ ਨੂੰ ਨਹੀਂ ਮੰਨਦਾ, ਉਹਨੂੰ ਸੋਝੀ ਨਹੀਂ ਹੈ ਨਾਮ ਦੀ। ਤਾਂਹੀਓ ਨਾਮ ਨੂੰ ਨਾ ਮੰਨਣ ਕਰਕੇ ਹੀ, ਨਾ ਸ਼ਬਦ ਗੁਰੂ ਨਾਲ ਸੁਰਤੀ ਜੁੜਨ ਕਰਕੇ ਹੀ ਸਾਡਾ ਜਿਹੜਾ ਸੁਭਾਅ ਦੇ ਵਿੱਚ ਬਦਲਾਅ ਨਹੀਂ ਆਉਂਦਾ। ਜੀਵ ਗੁਰਬਾਣੀ ਵੀ ਪੜ੍ਹਦਾ ਤੇ ਗੁੱਸਾ ਵੀ ਨਹੀਂ ਘਟਦਾ, ਪੜ੍ਹੀ ਵੀ ਜਾਂਦੇ ਤੇ ਵੈਰ ਵਿਰੋਧ ਈਰਖਾ ਨਫ਼ਰਤ ਵੀ ਕਰੀ ਜਾਂਦੇ, ਪੜ੍ਹੀ ਵੀ ਜਾਂਦੇ ਤੇ ਹਉਮੈ ਹੰਕਾਰ ਵੀ ਕਰੀ ਜਾਂਦੇ, ਪੜ੍ਹਦੇ ਵੀ ਨੇ ਤੇ ਲੜਾਈਆਂ ਝਗੜੇ ਵੀ ਕਰਦੇ, ਵੈਰ ਵਿਰੋਧ ਵੀ ਕਰਦੇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਇਹ ਦੱਸਦੇ ਵੀ ਜੇ ਜੀਵਨ ਵੈਰ ਵਿਰੋਧ ਕਰਦਾ ਹੈ, ਲੜਾਈਆਂ ਝਗੜੇ ਕਰਦਾ, ਤੇ ਅਸੀਂ ਆਖੀਏ ਉਹਨੂੰ ਵੀ ਇਹ ਸੁਖੀ ਹੈ, ਤੇ ਉਹ ਸੁਖੀ ਤਾਂ ਹੈ ਕੋਈ ਨਹੀਂ। ਸੁੱਖ ਤਾਂ ਉਹਦੇ ਆਸ ਪਾਸ ਵੀ ਨਹੀਂ ਹੈ, ਕਿਉਂਕਿ ਜਿਹੜਾ ਜੀਵ ਕਿਸੇ ਨਾਲ ਦੁਵਿਧਾ ਕਰਦਾ, ਕਿਸੇ ਨਾਲ ਵੈਰ ਵਿਰੋਧ ਕਰਦਾ, ਕਿਸੇ ਦੀ ਨਿੰਦਿਆ ਕਰਦਾ, ਤੇ ਆਪਾਂ ਆਖੀਏ ਵੀ ਉਹ ਸੁਖੀ ਹੈ, ਉਹ ਸੁਖੀ ਨਹੀਂ ਹੈ, ਉਹ ਅੰਦਰੋਂ ਦਾ ਜਲਦਾ ਪਿਆ। ਦੁਰਮਤ ਦੀ ਅਗਨ ਉਹਨੂੰ ਅੰਦਰੋਂ ਦਾ ਸਾੜ ਰਹੀ ਹੈ। ਇਸੇ ਕਰਕੇ ਤਾਂ ਉਹ ਦੂਸਰਿਆਂ ਨਾਲ ਵੈਰ ਵਿਰੋਧ ਕਰ ਰਹੇ, ਇਸੇ ਕਰਕੇ ਤਾਂ ਹਉਮੈ ਹੰਕਾਰ ਕਰ ਰਹੇ। ਜੇ ਉਹ ਸੁਖੀ ਹੋਵੇ ਤੇ ਫਿਰ ਉਹ ਇਹ ਕੁਛ ਕਰੇ ਕਿਉਂ? ਫਿਰ ਤਾਂ ਉਹ ਵੈਰ ਵਿਰੋਧ ਕਰੇ ਹੀ ਨਾ, ਫਿਰ ਤਾਂ ਨਿੰਦਿਆ, ਕਿਸੇ ਨਾਲ ਈਰਖਾ ਨਫ਼ਰਤ ਕਰੇ ਹੀ ਨਾ, ਫਿਰ ਤਾਂ ਹਉਮੈ ਹੰਕਾਰ ਤੋਂ ਰਹਿਤ ਹੋ ਜੀ। ਹੁਣ ਸਤਿਗੁਰੂ ਕਹਿੰਦੇ ਵੀ ਇਹ ਕਿਉਂ ਨਹੀਂ ਜੀਵ ਦੇ ਅੰਦਰ ਫਿਰ ਬਦਲਾਅ ਆਉਂਦਾ, ਕਿਉਂ ਨਹੀਂ ਉਹਦਾ ਦੁੱਖ ਘਟਦਾ, ਕਿਉਂ ਨਹੀਂ ਉਹਦਾ ਮਨ ਸੁਖੀ ਹੁੰਦਾ? ਕਿਉਂਕਿ ਉਸ ਨੇ ਉਹਨੂੰ ਸੁਣਿਆ ਨਹੀਂ ਜੋ ਸਾਨੂੰ ਸਤਿਗੁਰੂ ਸੁਣਨ ਨੂੰ ਕਹਿ ਰਹੇ, ਸ਼ਬਦ ਗੁਰੂ ਨੂੰ ਨਾਮ। ਜੇ ਅਸੀਂ ਉਹਨੂੰ ਸੁਣਾਂਗੇ ਫੇਰ ਹੀ ਸਾਡੇ ਦੁੱਖਾਂ ਪਾਪਾਂ ਦਾ, ਕਲੇਸ਼ਾਂ ਦਾ ਨਾਸ਼ ਹੋਣਾ ਹੈ। ਜੋ ਜੀਵ ਹਾਲਾਂਕਿ ਪੜ੍ਹਦੇ ਰੋਜ਼ ਹੀ ਨਹੀਂ, ਸੁਣੇ ਦੁੱਖ ਪਾਪ ਕਾ ਨਾਸ਼,
ਪੜ੍ਹ ਲਿਆ। ਹੁਣ ਕਈਆਂ ਜੀਵਾਂ ਨੂੰ ਸਾਰੀ ਉਮਰ ਹੋ ਗਈ ਇਹ ਪੜ੍ਹਦੇ ਹਨ, ਜਪਜੀ ਸਾਹਿਬ ਰੋਜ਼ ਹੀ ਪੜ੍ਹਦੇ ਨੇ, ਅਤੇ ਕਈ ਤਾਂ ਪਤਾ ਨਹੀਂ ਦਿਹਾੜੀ 'ਚ ਕਿੰਨੇ ਕਿੰਨੇ ਹੀ ਕਰ ਲੈਂਦੇ ਨੇ ਪਾਠ। ਹੁਣ ਜੇ ਉਹਨਾਂ ਤੋਂ ਪੁੱਛੀਏ ਵੀ ਤੁਹਾਡੇ ਦੁੱਖਾਂ ਪਾਪਾਂ ਦਾ ਨਾਸ ਹੋ ਗਿਆ, ਤੁਹਾਡਾ ਮਨ ਸੁਖੀ ਹੈ, ਆਨੰਦ ਵਿੱਚ, ਅਤੇ ਉਹ ਫਿਰ ਆਪਦੇ ਦੁੱਖ ਦੱਸਣੇ ਸ਼ੁਰੂ ਕਰ ਦਿੰਦੇ। ਸਾਡਾ ਤਾਂ ਮਨ ਬੜਾ ਦੁਖੀ ਹੈ, ਮਨ ਬੜਾ ਸ਼ਾਂਤ ਹੈ, ਸਾਡੇ ਤਾਂ ਘਰ 'ਚ ਬੜਾ ਕਲੇਸ਼। ਅਤੇ ਜਦੋਂ ਜੀਵ ਨੇ ਉਹ ਦੱਸਣਾ ਸ਼ੁਰੂ ਕਰਤਾ ਅਤੇ ਜਾਂ ਕਿਸੇ ਦੀ ਹੋਰ ਨਿੰਦਿਆ ਸ਼ੁਰੂ ਕਰਤੀ, ਅਤੇ ਉਹਦਾ ਪਤਾ ਲੱਗ ਜਾਂਦਾ ਵੀ ਕਿੰਨਾ ਕੁ ਸੁਖੀ ਹੈ ਉਹ। ਕਿਉਂਕਿ ਜਿਹੜੀ ਚੀਜ਼ ਸਾਡੇ ਅੰਦਰ ਹੈ ਉਹ ਸਾਡੇ ਮੁਖ ਰਾਹੀਂ ਬਾਹਰ ਨਿਕਲਦੀ, ਉਹ ਕਿਸੇ ਦੇ ਛਪਾਇਆ ਉਹ ਛੁਪਦੀ ਨਹੀਂ ਹੈ। ਮਹਾਰਾਜ ਕਹਿੰਦੇ ਅੰਤਰ ਹੋਏ ਸੋ ਨਿਕਲੇ ਨਾ ਛਪੇ ਛਪਾਇਆ, ਵੀ ਜੋ ਅੰਦਰ ਹੈ ਉਹ ਛਪਾਇਆ ਛੁਪਣਾ ਨਹੀਂ, ਉਹ ਮੁਖ ਰਾਹੀਂ ਬਾਹਰ ਨਿਕਲੇ ਆਉਣਾ। ਹੁਣ ਜੇ ਸਾਡੇ ਅੰਦਰ ਵੈਰ ਵਿਰੋਧ ਹੈ, ਸਾਡਾ ਮਨ ਦੁਖੀ ਹੈ, ਅਤੇ ਉਹ ਮੁਖ 'ਚੋਂ ਦੁੱਖ ਨਿਕਲੇਗਾ। ਇਸੇ ਨੂੰ ਹੀ ਸੰਸਾਰੀ ਜੀਵ ਕਹਿੰਦੇ ਵੀ ਆਓ ਬੈਠ ਕੇ ਢਿੱਡ ਫਰੋਲੀਏ, ਵੀ ਆਓ ਦੁੱਖ ਸੁੱਖ ਕਰੀਏ। ਦੁੱਖ ਸੁੱਖ ਕੀ ਹੈ? ਵੀ ਜਿਹਦੇ ਨਾਲ ਵਿਚਾਰ ਨਹੀਂ ਮਿਲਦੇ ਉਹਦੀ ਨਿੰਦਿਆ ਕਰੋ, ਅਤੇ ਜਿਹਦੇ ਨਾਲ ਮਿਲਦੇ ਨੇ ਉਹਦੀਆਂ ਵਡਿਆਈਆਂ ਕਰਦੇ ਹੋ ਵੀ ਬੜਾ ਚੰਗਾ ਹੈ ਜੀ, ਇਹਨੂੰ ਦੁੱਖ ਸੁੱਖ ਕਹਿੰਦੇ। ਹੁਣ ਇਹ ਨਹੀਂ ਪਤਾ ਵੀ ਇਹ ਸਾਡਾ ਕੀਤਾ ਹੋਇਆ ਦੁੱਖ ਸੁੱਖ ਇਹਨੇ ਸਾਨੂੰ ਸਜ਼ਾ ਬੜੀ ਦਿਵਾਉਣੀ। ਇਹ ਜਿਹਨੂੰ ਦੁੱਖ ਸੁੱਖ ਇਹਨੇ ਢਿੱਡ ਫਰੋਲਣਾ ਕਹਿੰਦੇ ਵੀ ਇਹ ਸਾਡੇ ਲਈ ਸਜ਼ਾ ਦਾ ਕਾਰਨ ਬਣਦਾ ਹੈ। ਆਪਾਂ ਨੂੰ ਗੁਰਬਾਣੀ ਗੁਰੂ 'ਚ ਦੱਸਿਆ ਵੀ ਅਸੀਂ ਇਹ ਦੋਵੇਂ ਛੱਡਣੀ, ਉਸਤਤ ਵੀ ਅਤੇ ਨਿੰਦਾ ਵੀ। ਮਹਾਰਾਜ ਕਹਿੰਦੇ ਉਸਤਤ ਨਿੰਦਾ ਦਉ ਤਿਆਗੀ, ਖੋਜੇ ਪਦ ਨਿਰਵਾਨਾ, ਜਨ ਨਾਨਕ ਇਹੋ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਮਹਾਰਾਜ ਕਹਿੰਦੇ ਵੀ ਇਹ ਦੋਵੇਂ ਛੱਡਣੀਆਂ, ਉਸਤਤ ਵੀ ਅਤੇ ਨਿੰਦਾ ਵੀ। ਹੁਣ ਇਹ ਜਿਹੜੀ ਉਸਤਤ ਜੀਵ ਕਰਦਾ ਉਹ ਕਰਦਾ ਗਿਆਨਤਾ 'ਚ ਮਾਇਆ ਦੀ, ਕਿਉਂਕਿ ਜਿਹੜਾ ਉਹਦੇ ਅੰਦਰ ਵੱਸਦਾ ਉਹਦਾ ਤਾਂ ਉਹਨੂੰ ਗਿਆਨ ਨਹੀਂ ਹੈ, ਸੋਝੀ ਨਹੀਂ ਹੈ। ਜੇ ਅੰਦਰਲੇ ਦਾ ਗਿਆਨ ਹੋਵੇ ਫਿਰ ਉਹ ਅੰਦਰਲੇ ਦੀ ਉਸਤਤ ਕਰੇ ਅਤੇ ਫਿਰ ਤਾਂ ਨਿੰਦਿਆ ਕਿਸੇ ਦੀ ਕਰੇ ਹੀ ਨਾ, ਕਿਉਂਕਿ ਸਭ ਦੇ ਅੰਦਰ ਉਹੀਓ ਵੱਸਦਾ ਮਾਲਕ ਹੀ, ਉਹਦੀ ਜੋਤ ਹੈ ਸਭ ਦੇ ਅੰਦਰ। ਪਰ ਉਹ ਨਾ ਅੰਦਰਲੇ ਦਾ ਭੇਦ ਹੋਣ ਕਰਕੇ ਉਸਤਤ ਵੀ ਜਦੋਂ ਕਰਦਾ ਉਹ ਆਕਾਰ ਦੀ ਮਾਇਆ ਦੀ ਕਰਦਾ, ਅਤੇ ਜਿਹੜੀ ਨਿੰਦਿਆ ਕਰਦਾ ਨਿੰਦਿਆ ਕਿਸੇ ਦੀ ਵੀ ਨਹੀਂ ਭਲੀ, ਸਭ ਦੀ ਮਾੜੀ ਹੈ। ਇਸ ਕਰਕੇ ਉਹ ਫਿਰ ਦੋਵੇਂ ਹੀ ਚੀਜ਼ਾਂ ਉਹਦੇ ਲਈ ਇਹ ਸਜ਼ਾ ਦਾ ਭਾਗੀਦਾਰ ਉਹ ਬਣ ਜਾਂਦਾ। ਦੋਵੇਂ ਹੀ ਚੀਜ਼ਾਂ ਇਹ ਉਹਦੇ ਮਨ ਦੇ ਉੱਤੇ ਮੈਲ ਚੜ੍ਹਾ ਦਿੰਦੀਆਂ, ਉਹਦੇ ਮਨ ਨੂੰ ਹੋਰ ਦੁਖੀ ਹੋਰ ਅਸ਼ਾਂਤ ਕਰ ਦਿੰਦੀਆਂ। ਸੋ ਆਪਾਂ ਨੂੰ ਫਿਰ ਮਹਾਰਾਜ ਸਮਝਾਉਂਦੇ ਵੀ ਅਸੀਂ ਉਸਤਤ ਹੈ ਜਿਹੜੀ ਉਹ ਪਰਮਾਤਮਾ ਦੀ ਕਰਨੀ, ਨਿਰੰਕਾਰ ਦੀ, ਵੀ ਜਿਹਨੇ ਸਾਨੂੰ ਪੈਦਾ ਕੀਤਾ, ਜੋ ਸਾਨੂੰ ਸਵਾਸ ਦੇ ਕੇ ਜਿਉਂਦਾ ਰੱਖ ਰਿਹਾ, ਜੋ ਸਾਡੀ ਪਾਲਣਾ ਪੋਸ਼ਣਾ ਕਰਦਾ ਹੈ। ਉਸਤਤ ਮਨ ਮੇ ਕਰਨ ਨਿਰੰਕਾਰ, ਵੀ ਅਸੀਂ ਉਸਤਤ ਨਿਰੰਕਾਰ ਵਾਹਿਗੁਰੂ ਦੀ ਕਰਨੀ, ਜਿਹੜਾ ਸਾਨੂੰ ਸਵਾਸ ਦੇ ਰਿਹਾ, ਜਿਹੜਾ ਸਾਡੀ ਪਾਲਣਾ ਪੋਸ਼ਣਾ ਕਰਦਾ ਹੈ। ਹੁਣ ਜੋ ਸਾਨੂੰ ਮਾਲਕ ਸਵਾਸ ਦੇ ਰਿਹਾ ਉਹੀਓ ਸਾਨੂੰ ਸਾਰਾ ਕੁਝ ਦੇ ਰਿਹਾ, ਉਹੀਓ ਸਾਡੇ ਮਨ ਦੀਆਂ ਧਨ ਦੀਆਂ ਸਾਡੀਆਂ ਲੋੜਾਂ ਸਮੇਂ ਸਮੇਂ ਮੁਤਾਬਕ ਪੂਰੀਆਂ ਕਰਦਾ ਰਹਿੰਦਾ। ਜਦੋਂ ਆਪਾਂ ਛੋਟੇ ਹੁੰਦੇ ਹਾਂ ਜਿੰਨੀ ਕੁ ਆਪਾਂ ਨੂੰ ਲੋੜ ਹੈ ਓਨਾ ਕੁ ਦਿੱਤੀ ਜਾਂਦਾ, ਜਦੋਂ ਵੱਡੇ ਹੋ ਜਾਂਦੇ ਉਦੋਂ ਲੋੜ ਵੱਧਦਾ ਅਤੇ ਉਹ ਓਨਾ ਕੁ ਦੇ ਦਿੰਦਾ। ਜਦੋਂ ਵਿਆਹੀ ਜਾਂਦੇ ਹਾਂ ਅਤੇ ਉਹ ਥੋੜ੍ਹਾ ਜਿਹਾ ਹੋਰ ਵਾਧਾ ਕਰ ਦਿੰਦਾ। ਜਦੋਂ ਅੱਗੇ ਬੱਚੇ ਹੋ ਜਾਂਦੇ ਉਹ ਹੋਰ ਵਾਧਾ ਕਰ ਦਿੰਦਾ ਵੀ ਹੁਣ ਇਹਨਾਂ ਨੂੰ ਇੰਨੇ ਦੀ ਲੋੜ ਹੈ। ਕਰਦਾ ਉਹੀ ਹੈ, ਸਿਰਫ ਸਾਨੂੰ ਭਰਮ ਹੁੰਦਾ ਹੈ ਵੀ ਸ਼ਾਇਦ ਅਸੀਂ ਕਰਦੇ ਹਾਂ, ਵੀ ਜੀਵ ਨੂੰ ਇਹ ਹੁੰਦਾ ਹੈ ਵੀ ਮੈਂ ਆਪਦੀ ਚਤਰਾਈ ਨਾਲ ਜਾਂ ਮੈਂ ਆਪਦੀ ਸਿਆਣਪ ਦੇ ਨਾਲ ਮੈਂ ਇੰਨਾ ਇਕੱਠਾ ਕਰ ਲਿਆ। ਹੁਣ ਇਹ ਨਹੀਂ ਪਤਾ ਵੀ ਕਰਨ ਵਾਲਾ ਤਾਂ ਉਹ ਮਾਲਕ ਹੈ। ਇਸ ਲਈ ਮਹਾਰਾਜ ਕਹਿੰਦੇ ਕਰਨ ਕਾਰਨ ਪ੍ਰਭ ਏਕ ਹੈ,
ਦੂਸਰ ਨਾਹੀ ਕੋਈ, ਨਾਨਕ ਤਿਸ ਬਲਿਹਾਰ ਨੇ, ਜਲ ਥਲ ਮਹੀਲ ਸੋਈ। ਵੀ ਜਿਨ੍ਹਾਂ ਗੁਰਮੁਖਾਂ ਨੇ ਦੇਖਿਆ ਉਹਨਾਂ ਨੇ ਦੇਖ ਕੇ ਆਪਾਂ ਨੂੰ ਦੱਸਿਆ ਵੀ ਕਰਨ ਵਾਲਾ ਕਰਤਾ ਮਾਲਕ ਆਪ ਹੀ ਹੈ। ਬਈ ਸਾਰੇ ਜੀਵਾਂ ਨੂੰ ਵਿਸ਼ਵਾਸ ਦੇ ਰਿਹਾ ਤੇ ਸਾਰਿਆਂ ਨੂੰ ਰਿਜ਼ਕ ਵੀ ਉਹ ਅਪਣਾਉਂਦਾ ਹੈ। ਬਈ ਜਿੱਥੇ ਜਿੱਥੇ ਮਾਲਕ ਨੇ ਜੀਵ ਪੈਦਾ ਕੀਤੇ ਉੱਥੇ ਉੱਥੇ ਉਹਨਾਂ ਦਾ ਰਿਜ਼ਕ ਵੀ ਦੇ ਰਿਹਾ। ਜਿਵੇਂ ਹਵਾ ਵੜਦੇ ਰੋਜ਼ ਵੀ ਸੈਲ ਪੱਥਰ ਦੇ ਵਿੱਚ ਜੀਵ ਪੈਦਾ ਕੀਤਾ ਤੇ ਮਾਲਕ ਨੇ ਉਹਨਾਂ ਦਾ ਰਿਜ਼ਕ ਵੀ ਉੱਥੇ ਰੱਖਿਆ। ਸੈਲ ਪੱਥਰ ਨੇ ਜੰਤ ਪਾਇਆ ਤਾਂ ਕਾ ਰਿਜ਼ਕ ਆਗੇ ਕਰ ਧਰੇ। ਬਈ ਉਹ ਹਰ ਥਾਂ ਤੇ ਜੀਵਾਂ ਨੂੰ ਰਿਜ਼ਕ ਅਪਣਾਉਂਦਾ ਤੇ ਸਭ ਦੀ ਪਾਲਣਾ ਪੋਸ਼ਣਾ ਉਹ ਕਰ ਰਹੀ ਹੈ। ਤੇ ਆਪਾਂ ਨੂੰ ਸਮਝਾਉਂਦੇ ਵੀ ਬਾਕੀ ਜਿੰਨੇ ਵੀ ਹੋਰ ਜੀਵ ਨੇ 84 ਲੱਖ ਜੂਨ ਮਾਨਸ ਨੂੰ ਛੱਡ ਕੇ ਉਹਨਾਂ ਨੂੰ ਮਾਲਕ ਤੇ ਫਿਰ ਵੀ ਭਰੋਸਾ ਹੈ। ਬਈ ਜਿਹਨੇ ਸਾਨੂੰ ਪੈਦਾ ਕੀਤਾ ਉਹਨੇ ਸਾਨੂੰ ਰਿਜ਼ਕ ਵੀ ਦੇਣਾ, ਉਹਨੇ ਸਾਡੀ ਪਾਲਣਾ ਪੋਸ਼ਣਾ ਵੀ ਕਰਨੀ। ਇਸ ਕਰਕੇ ਉਹ ਬਹੁਤਾ ਇਕੱਠਾ ਨਹੀਂ ਕਰਦੇ। ਹੋਰ ਜਿੰਨੇ ਜੀਵ ਜੰਤੂ ਉਹ ਬਹੁਤਾ ਇਕੱਠਾ ਨਹੀਂ ਕਰਦੇ। ਉਹ ਜਿੰਨੇ ਕੁ ਲੋੜ ਆ ਉਹਨਾਂ ਕੁ ਖਾ ਲੈਂਦੇ ਤੇ ਉਹਨਾਂ ਨੂੰ ਪਤਾ ਵੀ ਜਦੋਂ ਕੱਲ੍ਹ ਨੂੰ ਦਿਨ ਚੜ੍ਹੂ ਤੇ ਫਿਰ ਮਾਲਕ ਨੇ ਫਿਰ ਪ੍ਰਬੰਧ ਕਰ ਦੇਣਾ। ਪਰ ਮਾਨਸ ਜਾਮੇ ਵਿੱਚ ਹੀ ਸਾਨੂੰ ਸਭ ਤੋਂ ਜ਼ਿਆਦਾ ਗਿਆਨ ਦਿੱਤਾ ਹੈ ਤੇ ਪਰ ਸਾਨੂੰ ਹੀ ਪਰਮਾਤਮਾ ਤੇ ਪ੍ਰਤੀਤ ਨਹੀਂ ਹੈ, ਸਾਨੂੰ ਭਰੋਸਾ ਨਹੀਂ ਹੈ। ਬਈ ਜਿਹਨੇ ਸਾਨੂੰ ਪੈਦਾ ਕੀਤਾ ਉਹਨੇ ਸਾਡੀ ਪਾਲਣਾ ਪੋਸ਼ਣਾ ਵੀ ਕਰਨੀ। ਨਾ ਭਰੋਸਾ ਨਾ ਪ੍ਰਤੀਤ ਹੋਣ ਕਰਕੇ ਹੀ ਜੀਵ ਸਾਰੀ ਉਮਰ ਇਕੱਠਾ ਕਰਦਾ ਰਹਿੰਦਾ। ਇਕੱਠਾ ਕਰਦਾ ਕਰਦਾ ਸਾਰੀ ਉਮਰ ਵਿਅਰਥ ਹੀ ਲੰਘਾ ਕੇ ਇਕੱਠਾ ਕਰਕੇ ਇੱਥੇ ਰੱਖ ਜਾਂਦਾ ਤੇ ਜੀਵਨ ਬਰਬਾਦ ਕਰਕੇ ਫਿਰ ਚਲਾ ਜਾਂਦਾ। ਤੇ ਫਿਰ ਹਉਮੈ ਹੰਕਾਰ ਵੀ ਕਰਦਾ। ਜਿੰਨਾ ਜ਼ਿਆਦਾ ਇਕੱਠਾ ਕਰਦਾ ਓਨੀ ਹਉਮੈ ਤਕੜੀ, ਓਨਾ ਹੰਕਾਰ ਵੱਧ। ਦੂਸਰੇ ਨੂੰ ਕਮਲਾ ਕਹਿੰਦਾ, ਦੂਸਰੇ ਨੂੰ ਮੂਰਖ ਕਹਿੰਦਾ। ਜੇ ਕੋਈ ਘੱਟ ਇਕੱਠਾ ਕਰਦਾ ਉਹਨੂੰ ਕਹਿੰਦਾ ਇਹ ਪਾਗਲੀ ਹੈ। ਮੈਂ ਕਿੰਨਾ ਸਿਆਣਾ, ਮੈਂ ਕਿੰਨਾ ਜ਼ਿਆਦਾ ਇਕੱਠਾ ਕਰ ਲਿਆ, ਮੈਂ ਕਿੰਨਾ ਬਣਾ ਲਿਆ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਹੈ ਤਾਂ ਦੋਵੇਂ ਇੱਕ ਹੀ ਨੇ, ਚਾਹੇ ਮੂਰਖ ਚਾਹੇ ਸਿਆਣਾ। ਇਹ ਆਪਦੇ ਆਪ ਨੂੰ ਕਹਿੰਦੇ। ਪਰ ਗੁਰਬਾਣੀ ਗੁਰੂ ਕਿਸ ਨੂੰ ਮੂਰਖ ਕਹਿੰਦੇ? ਉਹ ਕਹਿੰਦੇ ਵੱਡਾ ਮੂਰਖ ਉਹ ਹੈ ਜਿਹੜਾ ਨਾਮ ਨੂੰ ਨਹੀਂ ਮੰਨਦਾ, ਜਿਹਨੂੰ ਨਾਮ ਦਾ ਭੇਦ ਨਹੀਂ। ਮਹਾਰਾਜ ਕਹਿੰਦੇ ਮੂਰਖ ਸਿਆਣਾ ਦੋ ਏਕ ਹੈ, ਏਕ ਜੋਤ ਦੋਇ ਨਾਉ, ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾਉ। ਮਹਾਰਾਜ ਕਹਿੰਦੇ ਵੱਡਾ ਮੂਰਖ ਉਹ ਜਿਹੜਾ ਨਾਮ ਨੂੰ ਨਹੀਂ ਮੰਨਦਾ, ਵੀ ਜਿਹਨੂੰ ਭੇਦ ਹੀ ਨਹੀਂ ਨਾਮ ਦਾ, ਸ਼ਬਦ ਗੁਰੂ ਦਾ ਭੇਦ ਨਹੀਂ, ਉਹ ਸਭ ਤੋਂ ਵੱਡਾ ਮੂਰਖ। ਇਸ ਵਾਸਤੇ ਫਿਰ ਸੰਸਾਰ ਵਿੱਚ ਜੀਵ ਇਹ ਸਾਰਾ ਹੀ ਖੇਲ ਜਿਹੜਾ ਇਹ ਪੁੱਠਾ ਚੱਲਦਾ, ਉਲਟ ਚੱਲਦਾ ਹੈ। ਹੁਣ ਸੰਸਾਰ ਜਿਹਨੂੰ ਤਰੱਕੀ ਕਹਿੰਦਾ ਵੀ ਇਹਨਾਂ ਨੇ ਬੜੀ ਤਰੱਕੀ ਕਰ ਲਈ ਜੀ। ਤੇ ਜੇ ਉਹ ਨਾਮ ਦੇ ਨਾਲ ਨਹੀਂ ਜੁੜੇ, ਉਹ ਭਗਤੀ ਨਹੀਂ ਕਰਦੇ ਤੇ ਗੁਰਬਾਣੀ ਗੁਰੂ ਕਹਿੰਦੇ ਵੀ ਇਹ ਤਰੱਕੀ ਕੋਈ ਨਹੀਂ ਕੀਤੀ ਕਿਸੇ ਨੇ, ਵੀ ਇਹ ਤਾਂ ਹੋਰ ਸਗੋਂ ਤੇ ਜ਼ਿਆਦਾ ਅਸ਼ਾਂਤ ਹੋ ਗਏ, ਹੋਰ ਦੁਖੀ ਹੋ ਗਏ ਨੇ। ਜਿਵੇਂ ਸੰਸਾਰ ਦੇ ਵਿੱਚ ਕੋਈ ਜੀਵ ਜਾਂਦਾ, ਬਜ਼ੁਰਗ ਚਲੇ ਜਾਂਦੇ, ਉਸ ਤੋਂ ਬਾਅਦ 'ਚ ਉਹਨਾਂ ਦੇ ਬੱਚੇ ਖੜੇ ਹੋ ਜਾਂਦੇ, ਫਿਰ ਉਹਨਾਂ ਨੂੰ ਕਹਿੰਦੇ ਵੀ ਹੁਣ ਤੁਸੀਂ ਤਕੜੇ ਹੋ ਕੇ ਸੰਭਾਲੋ ਕੰਮ, ਤੇ ਉਹ ਸੰਭਾਲ ਲੈਂਦੇ। ਤੇ ਉਹ ਉਦੋਂ ਵੀ ਵੱਧ ਜੇ ਵਧਾ ਲੈਂਦੇ ਕਾਰੋਬਾਰ ਤੇ ਸੰਸਾਰੀ ਜੀਵ ਕਹਿੰਦੇ ਵੀ ਬੜੀ ਤਰੱਕੀ ਕਰ ਲਈ। ਵੀ ਪਿਓ ਨੇ ਤਾਂ ਇੰਨੀ ਨਹੀਂ ਸੀ ਕੀਤੀ, ਮੁੰਡਿਆਂ ਨੇ ਵੀ ਬੜੇ ਲਾਇਕ ਨਿਕਲੇ, ਬੜੀ ਤਰੱਕੀ ਕੀ, ਬੜਾ ਹੋਰ ਕਾਰੋਬਾਰ ਵਧਾ ਲਿਆ, ਬੜੀ ਜ਼ਮੀਨ ਜਾਇਦਾਦ ਇਕੱਠੀ ਕਰ ਲਈ ਹੋਰ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜੇ ਉਹ ਸਤ ਸੰਗਤ ਨਹੀਂ ਕਰਦੇ, ਸਿਮਰਨ ਭਗਤੀ ਨਹੀਂ ਕਰਦੇ, ਉਹ ਤਾਂ ਹੋਰ ਜ਼ਿਆਦਾ ਖੁੱਭ ਗਏ ਮਾਇਆ 'ਚ, ਉਹਦਾ ਹੋਰ ਉਹਨਾਂ ਨੇ ਜ਼ਿਆਦਾ ਦੁੱਖ ਇਕੱਠਾ ਕਰ ਲਿਆ। ਇਸ ਲਈ ਫਰਮਾਉਂਦੇ ਅਗਲੇ ਮੂਏ ਸੇ ਪਾਛੇ ਪਰੇ, ਜੋ ਉਭਰੇ ਸੋ ਬੰਦ ਲੱਕ ਕਰੇ, ਜੈ ਧੰਦੇ ਮੇ ਉਹੀ ਲਪਟਾਏ, ਉਨ ਤੇ ਦੁਗਣ ਦੁੜੀ ਉਨਮਾਈ।
ਵੀ ਜਿਹੜਾ ਧੰਦਾ ਕਰਦੇ ਬਜ਼ੁਰਗ ਚਲੇ ਗਏ, ਉਹ ਜਿਹੜੇ ਉਹਨਾਂ ਦੇ ਬੱਚੇ ਉੱਠੇ ਉਹਨਾਂ ਨੇ ਉਹਨਾਂ ਤੋਂ ਦੁੱਗਣੀ ਮਾਇਆ ਦ੍ਰਿੜ ਕਰ ਲਈ। ਬਈ ਉਹ ਘੱਟ ਫਸੇ ਸੀ, ਉਹ ਉਦੋਂ ਵੀ ਵੱਧ ਫਸ ਗਏ। ਉਹਨਾਂ ਨੇ ਥੋੜ੍ਹਾ ਇਕੱਠਾ ਕੀਤਾ ਸੀ, ਉਹਨਾਂ ਨੇ ਉਦੋਂ ਵੀ ਜ਼ਿਆਦਾ ਜ਼ਹਿਰ ਬਿਖ ਇਕੱਠੀ ਕਰ ਲਈ। ਸੋ ਇਸ ਵਾਸਤੇ ਫਿਰ ਇਹ ਸੰਸਾਰ ਦਾ ਜਿਹੜਾ ਖੇਲ ਇਹ ਸਾਰਾ ਹੀ ਉਲਟ ਚੱਲਦਾ ਹੈ, ਪੁੱਠਾ ਚੱਲਦਾ ਹੈ। ਗੁਰਬਾਣੀ ਗੁਰੂ 'ਚ ਆਪਾਂ ਨੂੰ ਸਿੱਧਾ ਦੱਸਿਆ ਮਹਾਰਾਜ ਨੇ ਵੀ ਤੁਸੀਂ ਨਾਲ ਨਾਲ ਆਪਦੇ ਜਿਹੜਾ ਨਾਮ ਧਨ ਹੈ ਉਹ ਨਾਮ ਧਨ ਵੀ ਇਕੱਠਾ ਕਰੋ, ਤਾਂ ਕਿ ਜੇ ਨਾਮ ਧਨ ਤੁਹਾਡੇ ਪੱਲੇ ਹੋਏਗਾ ਤੇ ਫਿਰ ਤੁਹਾਡੇ ਅੰਦਰ ਇਹ ਹਉਮੈ ਹੰਕਾਰ ਨਹੀਂ ਆਏਗਾ। ਤੇ ਨਹੀਂ ਤਾਂ ਫਿਰ ਜੀਵ ਦੇ ਅੰਦਰ ਹੋਰ ਹਉਮੈ ਹੋਰ ਹੰਕਾਰ ਉਹ ਇਕੱਠਾ ਕਰੀ ਜਾਂਦਾ। ਜਿੰਨਾ ਵੱਧ ਇਕੱਠਾ ਕਰੇਗਾ ਓਨਾ ਹੀ ਹੋਰ ਹਉਮੈ ਹੰਕਾਰ ਇਕੱਠਾ ਕਰ ਲਏਗਾ। ਇਸ ਕਰਕੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਦੱਸਦੇ ਵੀ ਇਹ ਸਾਡੀ ਜਿਹੜੀ ਹਉਮੈ ਸਾਡਾ ਜਿਹੜਾ ਹੰਕਾਰ ਇਹ ਖਤਮ ਹੋਣਾ ਨਾਮ ਦੁਆਰਾ, ਨਾਮ ਤੋਂ ਬਿਨਾਂ ਹੀ ਜਾਂਦਾ ਨਹੀਂ ਹੈ। ਤਾਂਹੀਓ ਮਹਾਰਾਜ ਦੱਸਦੇ ਆਪਾਂ ਨੂੰ ਬਈ ਜਦੋਂ ਸਾਡੇ ਅੰਦਰ ਇਹ ਅਨਹਦ ਬਾਣੀ ਪ੍ਰਗਟ ਹੋ ਗਈ, ਅਨਹਦ ਬਾਣੀ ਪਾਈਏ ਤੇ ਹਉਮੈ ਹੋਏ ਵਿਨਾਸ਼। ਕਿ ਜਦੋਂ ਅਨਹਦ ਬਾਣੀ ਤੱਕ ਅਸੀਂ ਪਹੁੰਚ ਗਏ ਫਿਰ ਇਹ ਹਉਮੈ ਜਿਹੜੀ ਹੈ ਹਉਮੈ ਦਾ ਨਾਸ਼ ਹੁੰਦਾ। ਨਹੀਂ ਤਾਂ ਇਹ ਹਉਮੈ ਹੰਕਾਰ ਜੀਵ ਦੇ ਅੰਦਰੋਂ ਜਾਂਦਾ ਨਹੀਂ ਹੈ। ਉਹ ਜਗ੍ਹਾ ਤੇ ਹੋਰ ਹਉਮੈ ਹੋਰ ਹੰਕਾਰ ਹੈ ਜਿਹੜਾ ਉਹ ਇਕੱਠਾ ਕਰ ਲੈਂਦਾ ਇਹ ਸੰਸਾਰ ਦੀ ਮਾਇਆ ਇਕੱਠੀ ਕਰ ਕਰਕੇ। ਆਈਓ ਫਿਰ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਉਹਨਾਂ ਜੀਵਾਂ ਦੀਆਂ ਮਿਸਾਲਾਂ ਦਿੱਤੀਆਂ ਵੀ ਜਿਨ੍ਹਾਂ ਨੇ ਫਿਰ ਨਾਮ ਦਾ ਭੇਦ ਨਹੀਂ ਲਿਆ, ਫਿਰ ਉਹ ਸਿਰਫ ਇਹੀ ਇਕੱਠਾ ਕਰਦੇ ਰਹੇ ਤੇ ਉਹਨਾਂ ਦੇ ਅੰਦਰ ਕਿੰਨੀ ਹਉਮੈ ਕਿੰਨਾ ਹੰਕਾਰ ਆ ਗਿਆ। ਜਿਵੇਂ ਮਿਸਾਲ ਦਿੱਤੀ ਰਾਵਣ ਦੀ ਵੀ ਰਾਵਣ ਸੀ ਜਿਹੜਾ ਉਹ ਚੱਲਿਆ ਇਸ ਪਾਸੇ ਨੂੰ ਵਿਗਿਆਨ ਵਾਲੇ ਪਾਸੇ, ਨਾਮ ਦਾ ਨਾਂ ਭੇਦ ਲੈਣ ਕਰਕੇ ਫਿਰ ਉਹਦੇ ਅੰਦਰ ਹਉਮੈ ਆ ਗਈ ਹੰਕਾਰ ਆ ਗਿਆ। ਤੇ ਜਦੋਂ ਹਉਮੈ ਹੰਕਾਰ ਆਉਂਦਾ ਫਿਰ ਇਹ ਹੰਕਾਰ ਮਾਲਕ ਨੂੰ ਭਾਉਂਦਾ ਨਹੀਂ ਹੈ। ਮਹਾਰਾਜ ਕਹਿੰਦੇ ਹਰ ਜੀਉ ਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ। ਬਈ ਵੇਦਾਂ ਦੇ ਵਿੱਚ ਸਾਨੂੰ ਗੱਲ ਵਾਰ-ਵਾਰ ਸਮਝਾਈ ਗਈ ਵੀ ਜਦੋਂ ਸਾਡੇ ਅੰਦਰ ਇਹ ਜਿਹੜਾ ਹੰਕਾਰ ਹੈ ਪਰਮਾਤਮਾ ਨੂੰ ਨਿਰੰਕਾਰ ਨੂੰ ਇਹ ਭਾਉਂਦਾ ਨਹੀਂ, ਇਹ ਚੰਗਾ ਨਹੀਂ ਲੱਗਦਾ। ਤੇ ਉਹਨੇ ਹੰਕਾਰ ਕੀਤਾ ਤੇ ਮਹਾਰਾਜ ਕਹਿੰਦੇ ਵੀ ਜਿਹੜੀ ਉਹਨੇ ਲੰਕਾ ਵੀ ਬਣਾਈ ਸੀ, ਹਾਥੀ ਘੋੜੇ ਸੀ, ਉਹ ਸਭ ਉਹਦਾ ਇੱਕ ਛਿਣ ਦੇ ਵਿੱਚ ਹੀ ਪਰਾਇਆ ਹੋ ਗਿਆ। ਸਰਬ ਸੋਨੇ ਕੀ ਲੰਕਾ ਹੋਤੀ ਰਾਵਣ ਸੇ ਅਧਿਕਾਈ, ਕਹਾਂ ਭਾਈ ਦਰ ਬਾਂਧੇ ਹਾਥੀ ਖਿੰਨਵੇਂ ਭਈ ਪਰਾਈ। ਵੀ ਇੱਕ ਛਿਣ ਦੇ ਵਿੱਚ ਹੀ ਉਹ ਸਾਰਾ ਕੁਛ ਉਹਦਾ ਖਤਮ ਹੋ ਗਿਆ ਕਿਉਂਕਿ ਉਹਨੇ ਹਉਮੈ ਕੀਤੀ, ਉਹਨੇ ਹੰਕਾਰ ਕੀਤਾ। ਇਸੇ ਤਰ੍ਹਾਂ ਹੀ ਫਿਰ ਉਹਨਾਂ ਨੇ ਆਪਾਂ ਨੂੰ ਮਿਸਾਲ ਦਿੱਤੀ ਵੀ ਦੁਰਯੋਧਨ ਦੀ, ਵੀ ਉਹਨੇ ਵੀ ਹਉਮੈ ਹੰਕਾਰ ਕੀਤਾ ਤੇ ਉਹਨਾਂ ਨੂੰ ਨਾ ਕੋਈ ਬਚਿਆ ਵੀ ਜਿਹੜਾ ਉਹਨਾਂ ਨੂੰ ਸਾਂਭਣ ਵਾਲਾ ਹੁੰਦਾ। ਤੇ ਜਦੋਂ ਯੁੱਧ ਹੋਇਆ ਕੁਰੂਕਸ਼ੇਤਰ 'ਚ ਤੇ ਉਹਨਾਂ ਦੀਆਂ ਦੇਹਾਂ ਨੂੰ ਗਿਰਜਾਂ ਨੇ ਖਾਧਾ, ਕੋਈ ਵੀ ਨਾ ਬਚਿਆ ਵੀ ਜਿਹੜਾ ਉਹਨਾਂ ਦਾ ਸੰਸਕਾਰ ਵੀ ਕਰੇ। ਮਹਾਰਾਜ ਕਹਿੰਦੇ ਮੇਰੀ ਮੇਰੀ ਕੈਰੋ ਕਰਤੇ ਦਰਜੋਜਨ ਸੇ ਭਾਈ, ਕਹਾਂ ਭਾਈ ਦਰ ਬਾਂਧੇ ਹਾਥੀ ਖਿੰਨਵੇਂ ਭਈ ਪਰਾਈ। ਵੀ ਉਹ ਜਿਹੜਾ ਤਾਂ ਰਾਵਣ ਸੀ ਉਹਦੀ ਮਿਸਾਲ ਦਿੱਤੀ ਤੇ ਫਿਰ ਇਹਨਾਂ ਦੀ ਕੈਰੋਆਂ ਦੀ ਦਿੱਤੀ। ਮੇਰੀ ਮੇਰੀ ਕੈਰੋ ਕਰਤੇ ਦਰਜੋਜਨ ਸੇ ਭਾਈ, 12 ਜੋਜਨ ਛਤਰ ਚੁਲੇ ਦੇਹੀ ਗਿਰਜਨ ਖਾਈ। ਬਈ ਉਹਨਾਂ ਦੀਆਂ ਦੇਹਾਂ ਨੂੰ ਗਿਰਜਨ ਨੇ ਖਾਧਾ ਕਿਉਂਕਿ ਜਦੋਂ ਉਹਨਾਂ ਨੇ ਵੀ ਹੰਕਾਰ ਕੀਤਾ ਹਉਮੈ ਕੀਤੀ। ਸੋ ਇਸ ਵਾਸਤੇ ਫਿਰ ਆਪਾਂ ਨੂੰ ਉਹਨਾਂ ਦੀਆਂ ਉਦਾਹਰਨਾਂ ਤਾਂਹੀਓ ਦਿੱਤੀਆਂ ਵੀ ਉਹਨਾਂ ਨੇ ਕਿੰਨਾ ਕਿੰਨਾ ਇਕੱਠਾ ਕੀਤਾ ਹੋਇਆ ਸੀ। ਵੀ ਹੁਣ ਰਾਵਣ ਨੇ ਦੇਖੋ ਸੋਨੇ ਦੀ ਲੰਕਾ ਬਣਾਈ ਸੀ, ਵੀ ਉਹ ਕਿੰਨਾ ਜ਼ਿਆਦਾ ਉਹਦੇ ਕੋਲ ਧਨ ਕਿੰਨੀ ਦੌਲਤ ਹੋਏਗੀ, ਕਿੰਨਾ ਉਹਨੇ ਇਕੱਠਾ ਕੀਤਾ ਹੋਏਗਾ। ਫਿਰ ਦੁਰਯੋਧਨ ਦੀ ਮਿਸਾਲ ਦਿੱਤੀ ਵੀ 12 ਜੋਜਨ, ਵੀ ਜਦੋਂ ਉਹਦੀ ਸਭਾ ਲੱਗਦੀ ਸੀ ਛਤਰ ਝੁਲਦਾ ਸੀ ਵੀ ਇੰਨੀ ਸੈਨਾ ਇੰਨਾ ਉਹਦਾ ਜਦੋਂ ਸਭਾ ਲੱਗਦੀ ਸੀ ਇਕੱਠ ਹੁੰਦਾ ਸੀ। 12 ਜੋਜਨ 48 ਕਿਲੋਮੀਟਰ ਹੁਣ ਦੇ ਹਿਸਾਬ ਨਾਲ ਬਣ ਜਾਂਦੇ।
ਇੰਨਾ ਉਹਦੇ ਨਾਲ ਜੀਵ ਚੱਲਦੇ ਸੀ। ਅਤੇ ਇਸ ਕਰਕੇ ਮਹਾਰਾਜ ਕਹਿੰਦੇ ਵੀ ਇੰਨੇ ਨਾਲ ਚੱਲਦੇ ਉਹ ਚਲੇ ਗਏ, ਉਹ ਸਾਰਾ ਕੁਛ ਇੱਥੇ ਹੀ ਛੱਡ ਗਏ ਅਤੇ ਆਪਾਂ ਨੂੰ ਕਹਿੰਦੇ ਵੀ ਤੁਸੀਂ ਕਾਹਦੀ ਹਉਮੈ ਕਾਹਦਾ ਹੰਕਾਰ ਕਰਦੇ ਹੋ। ਮਨ ਨੂੰ ਕਹਿੰਦੇ ਵੀ ਕਿਉਂ ਤੂੰ ਮੂਰਖ ਬਣਿਆ, ਵੀ ਮੂਰਖ ਬਣ ਕੇ ਤੂੰ ਕਾਹਦਾ ਮਾਣ ਕਰਦਾ ਵੀ ਇਹ ਜਿਹੜਾ ਤੂੰ ਇਕੱਠਾ ਕਰਨ ਲੱਗਿਆ ਵੀ ਇਹ ਇਕੱਠਾ ਤਾਂ ਕਰ ਜੇ ਤੂੰ ਇੱਥੋਂ ਨਾਲ ਲੈ ਕੇ ਜਾਣਾ ਹੋਵੇ, ਨਾਲ ਤੂੰ ਲਿਜਾ ਨਹੀਂ ਸਕਦਾ ਅਤੇ ਦੁਬਾਰਾ ਤੂੰ ਆਉਣਾ ਨਹੀਂ ਵੀ ਆ ਕੇ ਇੱਥੇ ਤੂੰ ਵਰਤ ਲਵੇਂ, ਅਤੇ ਫਿਰ ਇਹ ਵੀ ਨਹੀਂ ਵੀ ਤੂੰ ਇੱਥੇ ਸਦਾ ਰਹਿਣਾ, ਤੈਨੂੰ ਇਹ ਘਰ ਛੱਡਣਾ ਹੀ ਪੈਣਾ, ਖਾਲੀ ਕਰਨਾ ਪੈਣਾ। ਇਸ ਲਈ ਫਰਮਾਉਂਦੇ ਮੂਰਖ ਮਨ ਕਾਹੇ ਕਰਸੇ ਮਨ, ਉੱਠ ਚੱਲਣਾ ਖਸਮੇ ਭਾਣਾ, ਤਜ ਸਾਧ ਸਹਿਜ ਸੁਖ ਹੋਈ, ਘਰ ਛੱਡਣੇ ਬਿਨ ਰਹੇ ਨਾ ਕੋਈ। ਕਿਛ ਖਾ ਜਾਈਏ ਕਿਛ ਧਰ ਜਾਈਏ, ਜੇ ਬਹੁਤ ਦੁਨੀਆ ਆਈਏ। ਵੀ ਜੇ ਤਾਂ ਦੁਬਾਰਾ ਆਉਣਾ ਹੋਵੇ ਫਿਰ ਤਾਂ ਕੁਝ ਖਾ ਲਾ ਅਤੇ ਕੁਝ ਇਕੱਠਾ ਕਰਕੇ ਸਾਂਭੀ ਚੱਲ, ਵੀ ਫਿਰ ਆਵਾਂਗੇ ਫਿਰ ਵਰਤ ਲਾਂਗੇ ਜੀ, ਅਤੇ ਫਿਰ ਆਉਣਾ ਵੀ ਨਹੀਂ। ਅਤੇ ਜਦੋਂ ਆਏਗਾ ਵੀ ਅਤੇ ਤੈਨੂੰ ਪਿਛੋਕੜ ਪਿਲਾ ਦੇਣਾ। ਜਿਵੇਂ ਹੁਣ ਆਪਾਂ ਨੂੰ ਨਹੀਂ ਪਤਾ ਵੀ ਇਸ ਤੋਂ ਪਹਿਲਾਂ ਸਾਡਾ ਜੀਵਨ ਕਿੱਥੇ ਸੀ, ਅਸੀਂ ਕੌਣ ਹਾਂ, ਕਿੱਥੋਂ ਆਏ ਹਾਂ। ਇਸੇ ਤਰ੍ਹਾਂ ਹੀ ਜਦੋਂ ਮਾਨਸ ਜਾਮੇ 'ਚੋਂ ਅੱਗੇ ਜਾਵਾਂਗੇ, ਹੋਰ ਕਿਸੇ ਜੂਨ 'ਚ ਚਲੇ ਗਏ, ਅਤੇ ਸਾਨੂੰ ਆਹ ਨਹੀਂ ਚੇਤੇ ਰਹਿਣਾ ਵੀ ਅਸੀਂ ਕੌਣ ਸੀ, ਕਿਹੜਾ ਸਾਡਾ ਪਰਿਵਾਰ ਸੀ, ਕਿੰਨੇ ਸਾਡੇ ਧੀਆਂ ਪੁੱਤਰ ਸੀ। ਇਹ ਸਭ ਜਿਉਂਦਿਆਂ ਦੇ ਵਿਹਾਰ ਆ। ਇਸ ਲਈ ਮਹਾਰਾਜ ਕਹਿੰਦੇ ਸਭ ਕੋ ਜੀਵਤ ਕੋ ਬਿਹਾਰ, ਵੀ ਜਿਉਂਦਿਆਂ ਦਾ ਹੀ ਹੈ। ਜਦ ਤੱਕ ਸਵਾਸ ਚੱਲ ਰਹੇ ਉਹਨਾਂ ਸਮੇਂ ਅਸੀਂ ਕਹਿੰਦੇ ਹਾਂ ਵੀ ਇਹ ਮੇਰੇ ਨੇ ਜੀ। ਜਦੋਂ ਸਵਾਸ ਖਤਮ ਹੋ ਗਈ ਅਤੇ ਉਦੋਂ ਹੀ ਸਾਡਾ ਖੇਲ ਖਤਮ, ਅਤੇ ਉਦੋਂ ਹੀ ਫਿਰ ਸਾਨੂੰ ਇੱਧਰੋਂ ਭੁਲਾ ਕੇ ਸਾਨੂੰ ਦੂਸਰਾ ਅੱਗੇ ਗਾਹਾਂ ਹੋਰ ਆਕਾਰ 'ਚ ਭੇਜ ਦਿੰਦੇ। ਸੋ ਇਸ ਵਾਸਤੇ ਫਿਰ ਮਹਾਰਾਜ ਸਾਨੂੰ ਸਮਝਾਉਂਦੇ ਵੀ ਇਹ ਜਿਹੜਾ ਸਾਨੂੰ ਹੁਣ ਜੀਵਨ ਮਿਲਿਆ ਮਾਨਸ ਜਾਮਾ, ਵੀ ਇਹਦੇ ਵਿੱਚ ਰਹਿੰਦੇ ਰਹਿੰਦੇ ਤੁਸੀਂ ਹੁਣ ਇਹ ਭਵ ਸਾਗਰ ਤੋਂ, ਸੰਸਾਰ ਸਾਗਰ ਤੋਂ ਪਾਰ ਹੋ ਜਾਓ। ਵੀ ਪਾਰ ਅਸੀਂ ਹੋ ਸਕਦੇ ਹਾਂ ਸ਼ਬਦ ਵਾਰ ਨਾਮ ਦੁਆਰਾ, ਅਤੇ ਉਸੇ ਨਾਮ ਦੀ ਮਹਿਮਾ ਸਤਿਗੁਰੂ ਗੁਰਬਾਣੀ ਗੁਰੂ ਵਿੱਚ ਹਰ ਇੱਕ ਸ਼ਬਦ ਦੇ ਵਿੱਚ ਆਪਾਂ ਨੂੰ ਕਰ ਰਹੇ ਨੇ। ਵੀ ਤਾਂ ਕਿ ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਪੜ੍ਹੀਏ ਸੁਣੀਏ, ਵੀ ਜਿਸ ਨਾਮ ਦੀ ਮਹਿਮਾ ਗੁਰੂ ਸਾਹਿਬ ਕਰ ਰਹੇ, ਵੀ ਅਸੀਂ ਵੀ ਉਹ ਨਾਮ ਨੂੰ ਸੁਣੀਏ, ਅਸੀਂ ਵੀ ਉਹ ਨਾਮ ਦੇ ਨਾਲ ਜੁੜ ਜਾਈਏ, ਤਾਂ ਕਿ ਆਪਣਾ ਵੀ ਆਧਾਰ ਹੋ ਜੇ, ਆਪਣਾ ਜਿਹੜਾ ਮਨ ਹੈ ਇਹ ਵੀ ਸੁਖੀ ਹੋ ਜਾਵੇ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜਿਨ੍ਹਾਂ ਨੇ ਨਾਮ ਨੂੰ ਆਪਣਾ ਆਧਾਰ ਆਸਰਾ ਬਣਾ ਲਿਆ, ਉਹਨਾਂ ਦੇ ਮਨ ਦੀਆਂ ਭੁੱਖਾਂ ਵੀ ਖਤਮ ਹੋ ਗਈਆਂ ਅਤੇ ਉਹ ਭਵ ਸਾਗਰ ਤੋਂ ਵੀ ਪਾਰ ਲੰਘ ਗਏ। ਮਹਾਰਾਜ ਕਹਿੰਦੇ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਈ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਵੀ ਸਾਡੇ ਮਨ ਦੀਆਂ ਸਾਰੀਆਂ ਇੱਛਾ ਵੀ ਪੂਰੀਆਂ ਹੋ ਜਾਣੀਆਂ, ਅਸੀਂ ਭਵ ਸਾਗਰ ਤੋਂ ਵੀ ਪਾਰ ਲੰਘ ਜਾਣਾ, ਭੁੱਖਾਂ ਵੀ ਖਤਮ ਹੋ ਜਾਣੀਆਂ। ਕਿੰਨਾ ਸਾਨੂੰ ਨਾਮ ਦਾ ਫਾਇਦਾ ਹੋਣਾ, ਕਿੰਨਾ ਲਾਹਾ ਹੋਣਾ। ਨਹੀਂ ਤਾਂ ਸੰਸਾਰ ਦੇ ਵਿੱਚ ਜੀਵ ਕੋਲ ਸਾਰਾ ਕੁਛ ਹੁੰਦੇ ਸੁਣਦੇ ਵੀ ਉਹਦੇ ਭੁੱਖ ਹੈ ਜਿਹੜੀ ਉਹ ਭੁੱਖ ਨਹੀਂ ਖਤਮ ਹੁੰਦੀ। ਜੀਵ ਦਾ ਜਿਹੜਾ ਮਨ ਹੈ ਉਹ ਮਨ ਭੁੱਖਾ ਹੈ, ਮਨ ਦੀ ਤ੍ਰਿਪਤੀ ਨਹੀਂ ਹੁੰਦੀ। ਇਸ ਕਰਕੇ ਫਿਰ ਮਹਾਰਾਜ ਕਹਿੰਦੇ ਘਰ ਧਨ ਹੁੰਦੇ ਜਗ ਭੁੱਖਾ ਮੂਆ, ਬਿਨ ਸਤਿਗੁਰ ਸੋਝੀ ਨਾ ਪਾਈ। ਵੀ ਘਰ ਦੇ ਵਿੱਚ ਹੀ ਅੰਦਰ ਹੀ ਧਨ ਪਿਆ ਹੈ, ਪਰ ਮਨ ਨੇ ਜਿਹੜੇ ਮਨ ਭੁੱਖੇ ਨੇ, ਮਨ ਜਿਹੜੇ ਨੇ ਉਹ ਅਸ਼ਾਂਤ ਨੇ, ਉਹ ਦੁਖੀ ਨੇ। ਸੋ ਮਨ ਦੀ ਭੁੱਖ ਮਿਟਾਉਣ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਤੁਸੀਂ ਇਹ ਸਿਮਰਨ ਕਰਕੇ ਉਹ ਨਾਮ ਨੂੰ ਸੁਣੋ ਅੰਦਰੋਂ, ਤਾਂ ਕਿ ਸਾਡੇ ਮਨ ਦੀ ਜਿਹੜੀ ਭੁੱਖ, ਉਹ ਸਾਡੇ ਮਨ ਦੀ ਭੁੱਖ ਖਤਮ ਹੋ ਗਈ। ਆਓ ਹੁਣ ਉਸ ਨਾਮ ਤੱਕ ਪਹੁੰਚਣ ਵਾਸਤੇ ਜੋ ਮਹਾਰਾਜ ਆਪਾਂ ਨੂੰ ਇਹ ਸਾਸਕ ਰਸ ਸਿਮਰਨ ਦੱਸਦੇ ਨੇ, ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਰੀਤੀ ਨਾਲ ਗੁਰਮੁਖੋ ਜਦੋਂ ਹੀ ਆਪਾਂ ਅਭਿਆਸ ਕਰਦੇ ਹਾਂ, ਇਸੇ ਮਨ ਇਸ ਕਰਕੇ ਕਰਦੇ ਹਾਂ ਵੀ ਤਾਂ ਕਿ ਅਸੀਂ ਨਾਮ ਤੱਕ ਪਹੁੰਚ ਜਾਈਏ। ਨਾਮ ਤੱਕ ਪਹੁੰਚਣ ਵਾਸਤੇ ਹੀ
ਇਹ ਫਿਰ ਆਪਾਂ ਨੂੰ ਗੁਰਮੰਤਰ ਦਿੱਤਾ ਜਾਂਦਾ ਹੈ ਵੀ ਇਹਦਾ ਜਾਪ ਕਰਕੇ ਵਿਧੀ ਜੁਗਤੀ ਦੁਆਰਾ ਤੁਸੀਂ ਅੰਤਰਮੁਖੀ ਹੋ ਜਾਓ ਤੇ ਉਹ ਸ਼ਬਦ ਗੁਰੂ ਨੂੰ ਸੁਣੋ। ਸੁਣਿਆ ਜਾਂਦਾ ਉਸ ਨੂੰ ਸਹਿਜ ਵਿੱਚ ਜਾ ਕੇ ਵਿਚਾਰਾਂ ਤੋਂ ਫੁਰਨਿਆਂ ਤੋਂ ਜਦੋਂ ਅਸੀਂ ਮਨ ਨੂੰ ਰਹਿਤ ਕਰ ਲਾਂਗੇ ਫਿਰ ਉਹ ਸਾਨੂੰ ਸੁਣਾਈ ਦਿੰਦਾ। ਜਦ ਤੱਕ ਸਾਡਾ ਮਨ ਵਿਚਾਰਾਂ 'ਚ ਫੁਰਨਿਆਂ 'ਚ ਉਹਨਾਂ ਸਮਾਂ ਸਾਨੂੰ ਸੁਣਦਾ ਨਹੀਂ। ਮਾਲਕ ਬੋਲ ਤਾਂ ਰਿਹਾ ਸਾਡੇ ਅੰਦਰ, ਸਾਰਿਆਂ ਦੀ ਬੋਲਦਾ, ਇਹ ਨਹੀਂ ਬਈ ਕਿਸੇ ਦੀ ਨਹੀਂ ਬੋਲਦਾ। ਮਹਾਰਾਜ ਕਹਿੰਦੇ ਸਭੇ ਘਟ ਰਾਮ ਬੋਲੇ, ਵੀ ਜਿੰਨੇ ਵੀ ਘਟ ਨੇ ਸਭ ਦੇ ਅੰਦਰ ਰਾਮ ਵਾਹਿਗੁਰੂ ਬੋਲ ਰਿਹਾ ਹੈ ਤੇ ਉਹਨੇ ਬੋਲਦੇ ਹੀ ਰਹਿਣਾ। ਜਿੰਨਾ ਸਮਾਂ ਆਪਣੇ ਸਵਾਸ ਚੱਲਦੇ ਉਹ ਬੋਲਦਾ ਹੀ ਰਹਿੰਦਾ, ਉਹ ਕਦੇ ਚੁੱਪ ਹੁੰਦਾ ਹੀ ਨਹੀਂ। ਸੋ ਇਸ ਵਾਸਤੇ ਵੀ ਉਹ ਤਾਂ ਬੋਲ ਰਿਹਾ ਪਰ ਸਾਨੂੰ ਸੁਣਦਾ ਨਹੀਂ। ਸੁਣਦਾ ਤਾਂ ਨਹੀਂ ਕਿਉਂਕਿ ਅਸੀਂ ਬਾਹਰ ਘੁੰਮੀ ਜਾ ਰਹੇ। ਜਿਵੇਂ ਮਾਤਾ ਪਿਤਾ ਬੱਚੇ ਨੂੰ ਘਰੇ ਆਵਾਜ਼ਾਂ ਮਾਰੀ ਜਾਂਦੇ ਵੀ ਘਰੇ ਆ ਜਾ, ਉਹ ਘਰੇ ਆਉਂਦਾ ਨਹੀਂ, ਉਹ ਬਾਹਰ ਭੱਜਾ ਫਿਰਦਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਸਾਰਾ ਕੁਛ ਤੁਹਾਡੇ ਘਰ ਦੇ ਵਿੱਚ ਹੀ ਪਿਆ, ਅੰਦਰ ਸੁੱਖ ਸਹੂਲਤਾਂ, ਮਨ ਦਾ ਭੋਜਨ ਪਿਆ ਹੈ, ਅੰਮ੍ਰਿਤ ਨਾਮ ਰਤਨ ਪਿਆ ਹੈ, ਖਜ਼ਾਨਾ ਮਾਲਕ ਨੇ ਰੱਖਿਆ। ਵੀ ਮਨ ਨੂੰ ਕਹਿੰਦੇ ਤੂੰ ਬਾਹਰੋਂ ਕੀ ਲੱਭਦਾ ਫਿਰਦਾ, ਵੀ ਤੇਰੇ ਤਾਂ ਅੰਦਰ ਹੀ ਪਿਆ ਸਾਰਾ ਕੁਛ। ਸਭ ਕੁਛ ਘਰ ਮੈਂ ਬਾਹਰ ਨਹੀਂ, ਬਾਹਰ ਟੋਲੇ ਸੋ ਭਰਮ ਭੁਲਾਈ। ਬਈ ਜੇ ਤੂੰ ਬਾਹਰੋਂ ਲੱਭਦਾ ਤੇ ਤੂੰ ਭਰਮ 'ਚ। ਹੁਣ ਸੰਸਾਰ ਦੇ ਵਿੱਚ ਬਹੁਤੇ ਜੀਵਾਂ ਦੀ ਹਾਲਤ ਇਹ ਹੈ ਉਹ ਬਾਹਰੋਂ ਸੁੱਖ ਲੱਭਦੇ ਵੀ ਸਾਨੂੰ ਕਿਤੇ ਜਾ ਕੇ ਸੁੱਖ ਮਿਲ ਜਾਏਗਾ, ਇੱਥੋਂ ਨਹੀਂ ਮਿਲਿਆ ਅਸੀਂ ਹੋਰ ਥਾਂ 'ਤੇ ਚਲੇ ਜਾਈਏ ਉੱਥੋਂ ਸੁਖੀ ਹੋ ਜਾਵਾਂਗੇ, ਉੱਥੋਂ ਨਹੀਂ ਹੋਏ ਹੋਰ ਥਾਂ 'ਤੇ ਚਲੇ ਜਾਈਏ ਉੱਥੇ ਹੋ ਜਾਵਾਂਗੇ। ਸਤਿਗੁਰੂ ਗੁਰਬਾਣੀ ਗੁਰੂ ਜੀ ਕੀ ਕਹਿ ਰਹੇ, ਉਹ ਕਹਿੰਦੇ ਤੁਸੀਂ ਸੁਖੀ ਹੋਵੋਗੇ, ਤੁਸੀਂ ਅੰਤਰਮੁਖੀ ਹੋਵੋ, ਤੁਸੀਂ ਘਰੇ ਆਵੋ ਤਾਂ ਤੁਸੀਂ ਸੁਖੀ ਹੋਣਾ। ਤੁਹਾਡੇ ਘਰ ਦੇ ਵਿੱਚ ਤਾਂ ਸਦਾ ਹੀ ਸੁੱਖ ਹੈ, ਉੱਥੇ ਤਾਂ ਦੁੱਖ ਹੈ ਹੀ ਨਹੀਂ। ਦੁਖੀ ਤਾਂ ਤੁਸੀਂ ਘਰ ਤੋਂ ਬਾਹਰ ਫਿਰਦੇ ਹੋ ਤਾਂ ਤੁਸੀਂ ਦੁਖੀ। ਹੁਣ ਇੱਕ ਵਾਰ ਅਸੀਂ ਆਪਦੇ ਘਰ ਚਲੇ ਜਾਈਏ, ਉਹ ਘਰ ਦਾ ਸੁੱਖ, ਉਹ ਘਰ ਦਾ ਆਨੰਦ ਅਸੀਂ ਮਾਣ ਲਈਏ ਇੱਕ ਵਾਰ, ਫਿਰ ਸਾਡਾ ਮਨ ਅਵਲਾ ਤੋਂ ਘਰ ਤੋਂ ਬਾਹਰ ਨਿਕਲਣਾ ਚਾਹੁੰਦਾ ਹੀ ਨਹੀਂ। ਉਹ ਕਹਿੰਦਾ ਮੈਂ ਘਰ ਤੋਂ ਬਾਹਰ ਲੈਣ ਕੀ ਜਾਣਾ, ਮੈਂ ਤਾਂ ਜਾਣਾ ਹੀ ਨਹੀਂ ਬਾਹਰ, ਮੈਂ ਤਾਂ ਇੱਥੇ ਹੀ ਰਹਾਂ। ਤੇ ਜੇ ਫਿਰ ਵੀ ਉਹ ਆਉਂਦਾ ਹੈ, ਜਿਵੇਂ ਮਾਤਾ ਪਿਤਾ ਕਹਿ ਦਿੰਦੇ ਬੱਚੇ ਨੂੰ ਵੀ ਚੱਲ ਜਾਇਆ ਹੁਣ, ਵੀ ਸਾਰਾ ਦਿਨ ਜਿਵੇਂ ਘਰੇ ਹੀ ਬੈਠਾ ਰਵੇ, ਤੇ ਉਹ ਕਹਿੰਦੇ ਕੋਈ ਨਹੀਂ ਬਾਹਰ ਘੁੰਮ ਫਿਰ ਜਾਇਆ। ਸੋ ਇਸੇ ਤਰ੍ਹਾਂ ਹੀ ਫਿਰ ਜਦੋਂ ਇਹ ਘਰ ਤੋਂ ਬਾਹਰ ਵੀ ਆਉਂਦਾ ਫਿਰ ਇਹ ਕਹਿੰਦਾ ਵੀ ਉਹੀਓ ਸੁੱਖ ਉਹੀਓ ਆਨੰਦ ਮੇਰਾ ਬਣਿਆ ਹੀ ਰਵੇ। ਵੀ ਜਿਹੜਾ ਸੁੱਖ ਜਿਹੜਾ ਆਨੰਦ ਮੇਰੇ ਘਰ ਦੇ ਵਿੱਚ, ਫਿਰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਵੀ ਸਿਮਰਨ ਕਰ, ਫਿਰ ਉਹ ਆਪਦੇ ਆਪ ਹੀ ਕਰੀ ਜਾਂਦਾ। ਫਿਰ ਕਿਸੇ ਨੂੰ ਬੁਲਾਉਣ ਦੀ ਲੋੜ ਨਹੀਂ ਪੈਂਦੀ ਵੀ ਸੰਗਤ 'ਚ ਆ, ਫਿਰ ਉਹ ਆਪਦੇ ਆਪ ਹੀ ਭੱਜਾ ਹੁੰਦਾ। ਉਹ ਇਸ ਵਾਸਤੇ ਫਿਰ ਮਾਰੇ ਇਸ ਵਾਸਤੇ 'ਚ ਕਹਿੰਦੇ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰਮੰਤਰ ਦਿਰੜਾਇਆ। ਬਈ ਜਦੋਂ ਅਸੀਂ ਆਪਦੇ ਘਰ ਚਲੇ ਗਏ, ਘਰ ਤੋਂ ਸੁੱਖ ਹੈਗਾ, ਉੱਥੇ ਤਾਂ ਆਨੰਦ ਹੀ ਆਨੰਦ ਹੈ। ਜਦੋਂ ਘਰ ਤੋਂ ਬਾਹਰ ਆਵਾਂਗੇ ਫਿਰ ਅਸੀਂ ਗੁਰਮੰਤਰ ਨੂੰ ਦ੍ਰਿੜ ਕਰਾਂਗੇ, ਫਿਰ ਅਸੀਂ ਸਿਮਰਨ ਕਰਦੇ ਰਹਿਣਾ। ਬਈ ਹੁਣ ਅਸੀਂ ਘਰ ਤੋਂ ਬਾਹਰ ਆ ਗਏ ਹਾਂ ਤੇ ਸਾਨੂੰ ਸਿਮਰਨ ਦੀ ਲੋੜ ਪੈਣੀ। ਜਦੋਂ ਘਰੇ ਆ ਉਦੋਂ ਸਿਮਰਨ ਦੀ ਲੋੜ ਨਹੀਂ, ਉਦੋਂ ਤਾਂ ਉੱਥੇ ਤਾਂ ਆਨੰਦ ਹੀ ਆਨੰਦ, ਸੁੱਖ ਹੀ ਸੁੱਖ ਹੈ। ਸਿਮਰਨ ਦੀ ਲੋੜ ਉਦੋਂ ਪੈਂਦੀ ਜਦੋਂ ਘਰ ਤੋਂ ਬਾਹਰ ਆਉਂਦੇ। ਹੁਣ ਆਪਾਂ ਨੂੰ ਕਿਉਂ ਸਿਮਰਨ ਦੀ ਇੰਨੀ ਲੋੜ ਪੈ ਰਹੀ, ਕਿਉਂ ਆਪਾਂ ਵਾਰ-ਵਾਰ ਕਹਿੰਦੇ ਹਾਂ ਵੀ ਦਿਨ ਰਾਤ ਵੱਧ ਤੋਂ ਵੱਧ ਕਰੀਏ, ਕਿਉਂਕਿ ਹੁਣ ਅਸੀਂ ਘਰ ਤੋਂ ਬਾਹਰ ਨਿਕਲੇ ਹੋਏ ਹਾਂ। ਅਸੀਂ ਘਰੇ ਗਏ ਨਹੀਂ, ਤਾਂ ਕਰਕੇ ਸਾਨੂੰ ਘਰ ਤੋਂ ਬਾਹਰ ਤਾਂ ਸਾਨੂੰ ਸਿਮਰਨ ਕਰਨ ਦੀ ਵੱਧ ਤੋਂ ਵੱਧ ਲੋੜ ਪੈਂਦੀ। ਜਦੋਂ ਇੱਕ ਵਾਰ ਘਰੇ ਚਲੇ ਗਏ ਫਿਰ ਤਾਂ ਸਿਮਰਨ ਦੀ ਲੋੜ ਹੀ ਨਹੀਂ, ਫਿਰ ਉੱਥੇ ਤਾਂ ਵੈਸੇ ਹੀ ਆਨੰਦ ਹੈ, ਉੱਥੇ ਤਾਂ ਸੁੱਖ ਹੀ ਸੁੱਖ। ਹੁਣ ਇਸ ਵਾਸਤੇ ਅਸੀਂ ਇੱਕ ਵਾਰ ਆਪਦੇ ਘਰ ਚਲੇ ਜਾਈਏ ਤੇ ਉੱਥੇ ਦਾ ਸੁੱਖ, ਉੱਥੇ ਦਾ ਆਨੰਦ ਇੱਕ ਵਾਰ ਸਾਡਾ ਮਨ ਲੈ ਲਵੇ, ਫਿਰ ਇਹ ਉਹੀ ਸੁੱਖ ਭਾਲਦਾ ਵੀ ਜਿਹੜਾ ਸੁੱਖ ਜਿਹੜਾ ਆਨੰਦ ਮੇਰੇ ਘਰ 'ਚ ਹੈ ਉਹ ਸੁੱਖ ਜਾਵੇ ਨਾ, ਉਹਨੂੰ ਸਦਾ ਹੀ ਬਣਿਆ ਰਹੇ।
ਤੇ ਫਿਰ ਇਹ ਆਪਦੇ ਆਪ ਹੀ ਸਿਮਰਨ ਵੀ ਕਰੇਗਾ, ਸੰਗਤ ਵੀ ਕਰੇਗਾ, ਫਿਰ ਇਹ ਸ਼ਬਦ ਦੀ ਵਿਚਾਰ ਵੀ ਕਰੇਗਾ। ਫਿਰ ਇਹ ਅਵਰ ਕਾਜ ਕਰਦਾ ਹੀ ਨਹੀਂ। ਅਵਰ ਕਾਜ ਕੀ, ਫਿਰ ਕਿਸੇ ਦੀ ਨਿੰਦਿਆ ਨਹੀਂ ਕਰੇਗਾ। ਇਹ ਅਵਰ ਕਾਜ ਕਿਸੇ ਨਾਲ ਵੈਰ ਵਿਰੋਧ ਨਹੀਂ ਕਰੇਗਾ, ਕਿਸੇ ਨਾਲ ਈਰਖਾ ਨਹੀਂ ਕਰੇਗਾ, ਨਫ਼ਰਤ ਨਹੀਂ ਕਰੇਗਾ, ਫਿਰ ਹਉਮੈ ਹੰਕਾਰ 'ਚ ਨਹੀਂ ਜਾਏਗਾ। ਇਹ ਸਾਰੇ ਅਵਰ ਕਾਜ ਨੇ। ਤੇ ਇਹਨਾਂ ਵਰਤਾਈ ਕਹਿੰਦੇ ਮਹਾਰਾਜ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਵੀ ਇਹ ਜਿਹੜੇ ਤੇਰੇ ਅਵਰ ਕਾਜ, ਇਹ ਵੈਰ ਵਿਰੋਧ ਵਾਲੇ, ਨਿੰਦਿਆ ਕਰ ਲਈ, ਸੁਣ ਲਈ, ਕਿਸੇ ਨਾਲ ਈਰਖਾ ਕਰ ਲਈ, ਕਿਸੇ ਨਾਲ ਨਫ਼ਰਤ ਕਰ ਲਈ, ਇਹ ਜਿਹੜੇ ਸਾਰੇ ਅਵਰ ਕਾਜ ਨਹੀਂ ਮੰਨਦੇ ਤੇ ਇਹ ਸਾਡੇ ਕਿਸੇ ਕੰਮ ਆਉਣ ਵਾਲੇ ਨਹੀਂ। ਇਹਨਾਂ ਨੇ ਅੱਗੇ ਸਾਡੇ ਨਾਲ ਨਹੀਂ ਚੱਲਣਾ। ਇਹ ਅਵਰ ਕਾਜ ਨੇ ਸਾਡੇ ਮਨ ਤੇ ਮੈਲ ਚੜਾ ਦੇਣ। ਕੋਈ ਇਸ ਵਾਸਤੇ ਆਪਾਂ ਨੂੰ ਕਹਿੰਦੇ ਵੀ ਇਹ ਅਵਰ ਕਾਜ ਛੱਡ ਕੇ ਇੱਕੋ ਹੀ ਕੰਮ ਕਰ। ਮਨ ਨੂੰ ਕਹਿੰਦੇ ਵੀ ਤੂੰ ਆਪਦਾ ਸਿਮਰਨ ਕਰ। ਫਰਮਾਉਂਦੇ ਰਾਮ ਰਾਮ ਬੋਲ, ਰਾਮ ਰਾਮ ਤਿਆਗੋ ਮਨ ਕੇ ਸਗਲ ਕੰਮ। ਵੀ ਮਨ ਦੇ ਸਾਰੇ ਕੰਮ ਬਾਕੀ ਛੱਡ ਕੇ, ਵਿਚਾਰ ਫੁਰਨੇ ਛੱਡ ਕੇ ਤੂੰ ਇੱਕੋ ਹੀ ਕੰਮ ਕਰ। ਕੀ ਕਰ? ਰਾਮ ਰਾਮ ਬੋਲ। ਵੀ ਇਹ ਜਿਹੜਾ ਆਪਾਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਇਹ ਬੋਲ। ਜਦੋਂ ਅਸੀਂ ਇਹ ਬੋਲਾਂਗੇ ਤੇ ਇਹਦੇ ਨਾਲ ਫਿਰ ਸਾਡੇ ਜਿਹੜੇ ਵਿਚਾਰ ਫੁਰਨੇ ਰੁਕਣਗੇ ਤੇ ਫਿਰ ਅਸੀਂ ਆਪਦੇ ਘਰ ਜਾਵਾਂਗੇ। ਜਦ ਤੱਕ ਇਹ ਕਰਦੇ ਨਹੀਂ ਉਹਨਾਂ ਸਮਾਂ ਅਸੀਂ ਘਰੇ ਨਹੀਂ ਜਾ ਸਕਦੇ। ਉਹਨਾਂ ਸਮਾਂ ਅਸੀਂ ਨਾਮ ਤੱਕ ਪਹੁੰਚ ਨਹੀਂ ਸਕਦੇ ਤੇ ਜਦ ਤੱਕ ਨਾਮ ਤੱਕ ਨਹੀਂ ਪਹੁੰਚਦੇ ਅਸੀਂ ਭਵ ਸਾਗਰ ਤੋਂ ਪਾਰ ਨਹੀਂ ਹੋ ਸਕਦੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਜੋ ਮਹਾਰਾਜ ਸਮਝਾਉਂਦੇ ਵੀ ਜਦੋਂ ਅਸੀਂ ਇਹ ਵਾਹਿਗੁਰੂ ਬੇਅੰਤ ਨੂੰ ਧਿਆਵਾਂਗੇ, ਇਹ ਨਾਲ ਨਾਲ ਸਤਿਗੁਰੂ ਸਾਨੂੰ ਗਿਆਨ ਦਿੰਦੇ, ਫਿਰ ਅਸੀਂ ਨਾਮ ਨਾਲ ਜੁੜਾਂਗੇ ਤੇ ਫਿਰ ਅਸੀਂ ਇਹ ਦੁੱਤ ਰਹੀ ਭਵ ਸਾਗਰ ਨੂੰ ਤਰਾਂਗੇ। ਇਸ ਨੂੰ ਮਹਾਰਾਜ ਕਹਿੰਦੇ ਕਹੋ ਨਾਨਕ ਬੇਅੰਤ, ਬੇਅੰਤ ਧਿਆਇਆ ਦੁੱਤ ਰਹਿਓ ਸੰਸਾਰ ਸਤਿਗੁਰੂ ਤਰਾਇਆ। ਵੀ ਫਿਰ ਅਸੀਂ ਸਤਿਗੁਰੂ ਨੇ ਸਾਨੂੰ ਉਹ ਬੇੜੇ ਦੁਆਰਾ ਇਹ ਭਵ ਸਾਗਰ ਤੋਂ ਪਾਰ ਲੰਘਾ ਦੇਣਾ ਨਾਮ ਦੁਆਰਾ। ਉਹ ਇਸ ਵਾਸਤੇ ਹੁਣ ਇਹ ਨਾਮ ਤੱਕ ਪਹੁੰਚਣ ਵਾਸਤੇ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ, ਬਹਿੰਦੇ ਉੱਠਦੇ ਕੰਮ ਕਾਰ ਕਰਦੇ ਤੇ ਪਰਹੇਜ਼ ਰੱਖਣਾ ਅਵਰ ਕਾਜ, ਵੀ ਉਹ ਨਾ ਕਰੀਏ, ਕਿਸੇ ਦੀ ਨਿੰਦਿਆ ਨਾ ਕਰੀਏ, ਨਾ ਸੁਣੀਏ, ਹਉਮੈ ਤੋਂ ਮਨ ਨੂੰ ਰਹਿਤ ਰੱਖੀਏ, ਲੋਕ ਲੱਜਾ ਤੋਂ ਉੱਪਰ ਉੱਠ ਕੇ ਸਿਮਰਨ ਕਰੀਏ, ਸ਼ਬਦ ਦੀ ਵਿਚਾਰ ਕਰੀਏ ਜਿੰਨੀ ਕੁ ਆਪਾਂ ਨੂੰ ਸਮਝ ਲੱਗਦੀ ਹੈ ਤੇ ਕਿਸੇ ਨਾਲ ਵੀ ਮਨ 'ਚ ਦੁਬਦਾ ਨਾ ਰੱਖੀਏ ਤੇ ਐਸੀ ਅਵਸਥਾ ਚੱਲੀਏ ਸੰਸਾਰ 'ਚ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਵੀ ਅਸੀਂ ਸਭ ਤੋਂ ਮਾੜੇ ਹਾਂ ਜਿੱਥੇ ਹੈ ਵੀ ਆਪਾਂ। ਜਦੋਂ ਆਪਾਂ ਆਪਦੇ ਅੰਦਰ ਝਾਤੀ ਮਾਰਾਂਗੇ ਨਾ ਸਾਨੂੰ ਆਪਦੇ ਔਗਣ ਨਜ਼ਰ ਆਉਂਦੇ, ਫਿਰ ਪਤਾ ਲੱਗਦਾ ਵੀ ਅਸੀਂ ਕਿੰਨੇ ਔਗਣਾਂ ਦੇ ਭਰੇ ਹੋਏ ਹਾਂ। ਜਦ ਤੱਕ ਅਸੀਂ ਬਾਹਰ ਮੁਖੀ ਹਾਂ ਸਾਨੂੰ ਆਪਦਾ ਅੰਦਰ ਨਹੀਂ ਨਜ਼ਰ ਆਉਂਦਾ, ਉਹ ਸਾਨੂੰ ਬਾਹਰ ਦੂਸਰਿਆਂ ਦੇ ਔਗਣ ਦਿੰਦੇ ਆ। ਅਸਲ ਦੇ ਵਿੱਚ ਉਹ ਔਗਣ ਕਿਸੇ 'ਚ ਨਹੀਂ, ਉਹ ਸਾਡੇ ਅੰਦਰ ਨੇ, ਉਹ ਤਾਂ ਸਾਨੂੰ ਦੂਸਰਿਆਂ 'ਚ ਦਿੰਦੇ ਨੇ। ਬਈ ਜਿਵੇਂ ਸਾਡਾ ਮਨ ਉਹ ਆਰਸੀ ਆ, ਸ਼ੀਸ਼ਾ, ਆਪਾਂ ਸ਼ੀਸ਼ੇ ਦੇ ਅੱਗੇ ਹੋਈਏ ਤੇ ਉਹ ਜਿੱਦਾਂ ਦੀ ਆਪਣੀ ਸ਼ਕਲ ਸੂਰਤ ਉੱਦਾਂ ਦੀ ਦਿਖਾਉਂਦਾ। ਜੇ ਆਪਾਂ ਹੱਸ ਕੇ ਦੇਖਾਂਗੇ ਉਹ ਹੱਸਦਿਆਂ ਦੀ ਦਿਖਾ ਦੇਗਾ, ਜੇ ਰੋਂਦਿਆਂ ਦੀ ਦੇਖਾਂਗੇ ਤੇ ਉਹ ਰੋਂਦਿਆਂ ਦੀ ਦਿਖਾ ਦੇਗਾ, ਜੇ ਆਪਾਂ ਗੁੱਸੇ ਨਾਲ ਦੇਖਾਂਗੇ ਤੇ ਉਹਦਾ ਦੀ ਦਿਖਾ ਦੇਗਾ। ਇਸੇ ਤਰ੍ਹਾਂ ਹੀ ਜੋ ਸਾਡੇ ਅੰਦਰ ਉਹ ਸਾਨੂੰ ਦੂਸਰਿਆਂ 'ਚ ਦਿਖਾਈ ਦਿੰਦਾ ਹੈ। ਮਹਾਰਾਜ ਕਹਿੰਦੇ ਜਿਉ ਮਨ ਦੇਖੇ ਪਰ ਮਨ ਤੈਸਾ, ਜੈਸੀ ਮਨਸ਼ਾ ਤੈਸੀ ਦਸ਼ਾ। ਹੁਣ ਸਾਨੂੰ ਬੁਰਾ ਕੋਈ ਤਾਂ ਲੱਗਦਾ ਕਿਉਂਕਿ ਸਾਡੇ ਅੰਦਰ ਵਰਿਆਈ ਹੈ, ਸਾਡੇ ਅੰਦਰ ਵੈਰ ਵਿਰੋਧ ਈਰਖਾ ਨਫ਼ਰਤ ਹੈ, ਤਾਂ ਸਾਨੂੰ ਉਹ ਦੂਸਰਾ ਬੁਰਾ ਲੱਗਦਾ ਹੈ। ਜੇ ਸਾਡੇ ਅੰਦਰ ਦੁਬਦਾ ਹੀ ਨਹੀਂ ਰਹੇਗੀ ਤੇ ਸਾਨੂੰ ਕੋਈ ਬੁਰਾ ਲੱਗਣਾ ਹੀ ਨਹੀਂ। ਜੇ ਆਪਣਾ ਮਨ ਸ਼ੁੱਧ ਹੋ ਗਿਆ ਤੇ ਆਪਾਂ ਨੂੰ ਸਾਰੇ ਪਰਮਾਤਮਾ ਦਾ ਰੂਪ ਹੀ ਨਜ਼ਰ ਆਉਣਗੇ, ਆਪਾਂ ਨੂੰ ਕੋਈ ਦੂਜਾ ਦਿਸਣਾ ਹੀ ਨਹੀਂ। ਉਹ ਸਾਨੂੰ ਦੂਸਰਾ ਤਾਂਹੀਓ ਦਿਖਦੇ, ਤਾਂਹੀਓ ਸਾਨੂੰ ਕੋਈ ਮਾੜਾ ਦਿੰਦਾ ਕਿਉਂਕਿ ਉਹ ਸਾਡਾ ਮਨ ਮੈਲਾ ਹੈ। ਇਸ ਕਰਕੇ ਫਿਰ ਆਪਾਂ ਨੂੰ ਕਹਿੰਦੇ
ਵੀ ਜੇ ਤੁਸੀਂ ਔਗਣ ਦੇਖਣੇ ਆ ਤਾਂ ਕਿਸੇ ਹੋਰ ਵਿੱਚ ਨਾ ਦੇਖੋ, ਤੁਸੀਂ ਆਪਦੇ ਅੰਦਰ ਦੇਖੋ। ਤਾਈਓ ਮਾਰੇ ਕਹਿੰਦੇ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣ ਨਾ ਲੇਖ ਆਪਣੇ ਗਿਰੇਵਾਨ ਮੈਂ ਸਿਰ ਨੀਵਾਂ ਕਰ ਦੇਖ, ਵੀ ਆਪਦੇ ਗਿਰੇਵਾਨ ਚ ਅੰਦਰ ਝਾਤੀ ਮਾਰ ਕੇ ਦੇਖੋ। ਜਦੋਂ ਅਸੀਂ ਆਪਦੇ ਗਿਰੇਵਾਨ ਚ ਦੇਖਾਂਗੇ ਤੇ ਸਾਨੂੰ ਪਤਾ ਲੱਗ ਵੀ ਇਹ ਤਾਂ ਔਗਣ ਸਾਡੇ ਚ ਨਹੀਂ, ਅਸੀਂ ਦੂਸਰਿਆਂ ਨੂੰ ਕਹੀ ਜਾਂਦੇ ਹਾਂ ਉਹਨਾਂ ਚ ਨਹੀਂ, ਇਹ ਤਾਂ ਸਾਡੇ ਅੰਦਰ ਨੇ, ਉਹ ਤਾਂ ਸਾਨੂੰ ਲੱਗਦੇ ਦੂਸਰੇ ਚ। ਫਿਰ ਅਸੀਂ ਉਹਨਾਂ ਨੂੰ ਅੰਦਰੋਂ ਆਪਦੇ ਕੱਢਣ ਦੀ ਕੋਸ਼ਿਸ਼ ਕਰਾਂਗੇ। ਜਦੋਂ ਸਾਨੂੰ ਪਤਾ ਲੱਗ ਗਿਆ ਵੀ ਸਾਡੇ ਅੰਦਰ ਹੈ, ਫਿਰ ਆਪਾਂ ਸਿਮਰਨ ਕਰਾਂਗੇ, ਫਿਰ ਮਾਲਕ ਨੂੰ ਬੇਨਤੀਆਂ ਕਰਾਂਗੇ, ਜੋਦੜੀਆਂ ਕਰਾਂਗੇ। ਤੇ ਜਦ ਤੱਕ ਦੂਸਰਿਆਂ 'ਚ ਦੇਖਦੇ ਹਾਂ ਸਾਨੂੰ ਆਪਦੇ ਅੰਦਰ ਨਹੀਂ ਨਜ਼ਰ ਆਉਂਦੀ, ਉਹ ਦੂਸਰਿਆਂ 'ਚ ਅਸੀਂ ਕਹੀ ਜਾਂਦੇ ਹਾਂ ਤੇ ਅਸਲ ਦੇ ਵਿੱਚ ਹੈ ਉਹ ਸਾਡੇ ਵਿੱਚ ਨਹੀਂ। ਜਿਵੇਂ ਆਪਾਂ ਦੇਖਦੇ ਨਾ ਇੱਕ ਉਹ ਹੁੰਦਾ ਪ੍ਰੋਜੈਕਟਰ, ਆਪਾਂ ਉਹ ਜੀ 'ਤੇ ਫਿਲਮ ਦਿਖਾਉਂਦੇ ਹੁੰਦੇ, ਹੁਣ ਤਾਂ ਆਪਾਂ ਦਿਖਾਈ ਨਹੀਂ, ਉਹ ਪਹਿਲਾਂ ਦਿਖਾਉਂਦੇ ਹੁੰਦੇ ਸੀ। ਉਹ ਅੱਗੇ ਪੜਦਾ ਲੱਗਿਆ ਹੁੰਦਾ ਤੇ ਉਹ ਪ੍ਰੋਜੈਕਟਰ ਪਿੱਛੇ ਲੱਗਿਆ ਹੁੰਦਾ, ਉਹਦੇ ਉੱਤੇ ਫੋਟੋ ਆਉਂਦੀ। ਹੁਣ ਉਹ ਪੜਦੇ ਤੇ ਕੁਛ ਨਹੀਂ ਹੈ, ਉਹ ਪਿੱਛੇ ਜੋ ਚੱਲ ਰਿਹਾ ਉਹ ਅੱਗੇ ਦਿਖਾਈ ਦਿੰਦਾ। ਉਹੀ ਚੀਜ਼ ਆਪਣੇ ਵਿੱਚ ਹੈ, ਉਹ ਆਪਣੇ ਅੰਦਰ ਪ੍ਰੋਜੈਕਟਰ ਲੱਗਿਆ ਹੋਇਆ, ਉਹ ਸਾਨੂੰ ਤਾਂ ਕਰਕੇ ਉਹ ਪੜਦਾ ਅੱਗੇ ਜੋ ਸਾਡੇ ਅੰਦਰ ਉਹ ਸਾਨੂੰ ਸਾਹਮਣੇ ਦਿਖਾਈ ਦਿੰਦਾ। ਬਈ ਸਾਡੇ ਅੰਦਰ ਜਦੋਂ ਵੈਰ ਵਿਰੋਧ ਈਰਖਾ ਨਫ਼ਰਤ ਹੈ ਉਹ ਚੱਲ ਤਾਂ ਸਾਡੇ ਅੰਦਰ ਹੀ, ਉਹ ਸਾਨੂੰ ਦੂਸਰਿਆਂ 'ਚ ਲੱਗਦੀ ਵੀ ਉਹ ਬੜਾ ਮਾੜਾ ਬੰਦਾ। ਉਹ ਇਸ ਕਰਕੇ ਆਪਾਂ ਨੂੰ ਕਹਿੰਦੇ ਵੀ ਤੁਸੀਂ ਅੰਦਰੋਂ ਉਹਨੂੰ ਠੀਕ ਕਰੋ, ਵੀ ਬਾਹਰ ਉਹ ਪੜਦੇ ਨੂੰ ਕੁਛ ਨਹੀਂ ਹੋਇਆ ਹੋਇਆ, ਪੜਦਾ ਤਾਂ ਸਾਫ਼ ਹੀ, ਉਹ ਪੜਦੇ ਤੇ ਤਾਂ ਜੋ ਉਹ ਅੰਦਰ ਚੱਲਣਾ ਉਹੀ ਉਹ ਪੜਦੇ ਤੇ ਦਿਖਣਾ, ਜੋ ਆਪਾਂ ਲਾਵਾਂਗੇ ਉਹੀ ਉਹ ਪੜਦੇ ਨੇ ਤਾਂ ਦਿਖਾਉਣਾ। ਸੋ ਇਸੇ ਤਰ੍ਹਾਂ ਹੀ ਫਿਰ ਜੋ ਚੀਜ਼ ਸਾਡੇ ਅੰਦਰ ਵਸੀ ਉਹ ਫਿਰ ਸਾਨੂੰ ਦੂਸਰਿਆਂ ਦੇ ਵਿੱਚ ਦਿਖਾਈ ਦਿੰਦੀ। ਤੇ ਜੇ ਸਾਡਾ ਮਨ ਨਿਰਮਲ ਹੋ ਗਿਆ ਫਿਰ ਆਪਾਂ ਨੂੰ ਪਰਮਾਤਮਾ ਦਾ ਹੀ ਸਾਰੇ ਰੂਪ ਨਜ਼ਰ ਆਉਣੇ, ਫਿਰ ਆਪਾਂ ਨੂੰ ਹੋਰ ਕੋਈ ਬੁਰਾ ਲੱਗਣਾ ਹੀ ਨਹੀਂ ਹੈ। ਸੋ ਇਸ ਵਾਸਤੇ ਹੁਣ ਆਪਾਂ ਇਹ ਮਨ ਨੂੰ ਸ਼ੁੱਧ ਕਰਨ ਵਾਸਤੇ ਵੱਧ ਤੋਂ ਵੱਧ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ ਅਤੇ ਵੱਧ ਤੋਂ ਵੱਧ ਆਪਾਂ ਸਤਸੰਗਤ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਕਿ ਜੋ ਆਪਾਂ ਨੂੰ ਸਤਿਗੁਰੂ ਗੁਰਬਾਣੀ ਗੁਰੂ ਵਿੱਚ ਆਪਣੇ ਜੀਵਨ ਦੀ ਜਾਂਚ ਸਿਖਾਉਂਦੇ, ਜੇ ਆਪਾਂ ਜੀਵਨ ਦੀ ਜਾਂਚ ਸਿੱਖ ਲਾਂਗੇ ਤੇ ਆਪਣਾ ਜੀਵਨ ਬੜਾ ਸੌਖਾ ਹੋ ਜਾਏਗਾ ਤੇ ਆਨੰਦਮਈ ਵੀ ਹੋ ਜਾਏਗਾ। ਸੋ ਇਸ ਵਾਸਤੇ ਫਿਰ ਇਹ ਆਪਾਂ ਸਤ ਸੰਗਤ ਕਰਕੇ ਆਪਦੇ ਜੀਵਨ ਦੀ ਜਾਂਚ ਸਿੱਖਣੀ ਹੈ। ਸੋ ਇੰਨੀ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।